ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਨਿਰੰਜਨ ਹੈ ਗੁਰੂ ਨਾਨਕ ਤਾਰਕ ਮੂਰਤ ਹੈ ਜਗ ਆਇਓ। ਲੋਕ ਸੁਨਿਓ ਪਰਲੋਕ ਸੁਨਿਓ ਬਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰਕ ਮੂਰਤ ਹੈ ਜਗ ਆਇਓ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਐ। ਗੁਰ ਨਾਮ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਆਸਾ ਘਰ ਸੇਵਾ ਮਹੱਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੇ
ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੈ, ਪਰਾਵੈ ਲਾਲ ਪਿਆਰੀ, ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੈ, ਪਰਾਵੈ ਲਾਲ ਪਿਆਰੀ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿਤ ਧਰਈ, ਮਧਸੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ, ਧੀਰਜ ਧੜੀ ਬੰਧਾਵੈ ਕਾਮਣ, ਸ਼੍ਰੀ ਰੰਗ ਸੂਰਮਾ ਦੇਈ, ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ, ਗਿਆਨ ਰਾਉ ਜਬ ਸੇਜੈ ਆਵੈ, ਤਾ ਨਾਨਕ ਭੋਗ ਕਰੇਈ, ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ, ਗਿਆਨ ਰਾਉ ਜਬ ਸੇਜੈ ਆਵੈ, ਤਾ ਨਾਨਕ ਭੋਗ ਕਰੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਬਰ ਸ਼ਤਰ ਤਖਤ ਮਾਲਕ ਜਾਤੀ ਜੋਤ 10 ਪਾਤਸ਼ਾਹੀਆਂ ਦੇ ਆਤਮਿਕ ਸਮੂਹ ਕਿਰਪਾ ਦੇ ਸਾਗਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਅੰਦਰ ਹਜ਼ੂਰੀ ਵਿੱਚ ਸੱਜ ਬੈਠੇ ਹੋ। ਜਦੋਂ ਸੰਗਤ ਵਿੱਚ ਬੈਠ ਜਾਈਏ ਫਿਰ ਸੰਗਤ ਹੀ ਕਰੀਏ, ਜੇ ਹੱਥ ਕੁਝ ਹੋਰ ਕਰਨ ਮਨ ਵੀ ਨਹੀਂ ਫਿਰ ਸੰਗਤ ਕਰਦਾ, ਨੇਤਰ ਕੁਝ ਹੋਰ ਕਰਦੇ ਆ, ਕੰਨ ਸੁਣਦਿਆਂ ਵੀ ਸ਼ਬਦ ਨੂੰ ਸੁਣਦੇ ਨਹੀਂ। ਸੰਗਤ ਕਰਨ ਦਾ ਲਾਹਾ ਨਹੀਂ ਪ੍ਰਾਪਤ ਹੁੰਦਾ। ਮਹਾਮਾਰੀ ਦਾ ਚੱਲਦਾ ਹੋਇਆ ਇਹ ਸਮਾਂ ਸੰਸਾਰ ਭਰ ਦੇ ਅੰਦਰ, ਜਿੱਥੇ ਹੋਰਨਾਂ ਥਾਵਾਂ ਤੇ ਜਾਂ ਰੋਜ਼ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦੀਆਂ ਰੁਕਾਵਟਾਂ ਪਈਆਂ ਨੇ, ਗੁਰੂ ਘਰ ਦੀਆਂ ਰੌਣਕਾਂ ਤੇ ਵੀ ਬਹੁਤ ਡਾਢਾ ਅਸਰ ਪਿਆ, ਪਰ ਫਿਰ ਵੀ ਬੜੇ ਵਡਭਾਗੀ ਹੋ ਆਪ ਸੱਚੇ ਪਾਤਸ਼ਾਹ
ਜਗਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਆਪ ਸਤਿਗੁਰੂ ਜੀ ਦੇ ਹਜ਼ੂਰ ਚੱਲ ਕਰਕੇ ਆਏ ਹੋ, ਕਿਉਂਕਿ ਜੋ ਸਿਹਤ ਕਰਮੀ ਹੈ ਜਾਂ ਸਰਕਾਰਾਂ ਨੇ ਉਹ ਬਹੁਤ ਜ਼ਿਆਦੀਆਂ ਭਾਵੇਂ ਹਦਾਇਤਾਂ ਦੇ ਰਹੇ ਹੈ ਤੇ ਆਪਣੇ ਬਚਾਅ ਵਾਸਤੇ, ਦੂਸਰੇ ਦੇ ਬਚਾਅ ਵਾਸਤੇ ਚੰਗੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜਿਹੜੀ ਸੁਚਮਤਾ ਸਤਿਗੁਰਾਂ ਜੀ ਨੇ ਆਖੀ ਸੀ, ਅੱਜ ਉਹ ਸੰਸਾਰ ਮਜਬੂਰਨ ਰੱਖ ਰਿਹਾ ਹੈ। ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਇਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਹੈ। ਵਿਵੇਕ ਦੇ ਲੰਗਰ ਵਿੱਚ ਵੀ ਮੁੱਖ ਨੂੰ ਪੂਰਾ ਬੰਨਿਆ ਹੁੰਦਾ ਜਦੋਂ ਲੰਗਰ ਤਿਆਰ ਹੁੰਦਾ। ਫਿਰ ਜਿੱਥੇ ਕੜਾਹ ਪ੍ਰਸ਼ਾਦ ਦੀ ਮਰਿਆਦਾ ਹਜ਼ੂਰ ਨੇ ਲਿਖੀ ਹੈ, ਉੱਥੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਲੱਗਿਆਂ ਮੂੰਹ ਜਿਹੜਾ ਹੈ ਉਹ ਬੰਨ੍ਹਣਾ ਪੈਂਦਾ ਹੈ। ਤੋ ਕਈ ਤਰ੍ਹਾਂ ਦੇ ਜਿਹੜੇ ਕਾਰਨ ਹਨ ਉਹ ਦੱਸਦੇ ਹੈ, ਪਰ ਕਾਰਨ ਨੂੰ ਸਹੀ ਰੂਪ ਵਿੱਚ ਕੋਈ ਵੀ ਨਹੀਂ ਜਾਣਦਾ, ਵਾਹਿਗੁਰੂ ਜੀ ਹੀ ਜਾਣਦੇ। ਪਰਮੇਸ਼ਰ ਨੂੰ ਹੀ ਪਤਾ ਹੈ। ਮਹਾਰਾਜ ਦੀ ਬਾਣੀ ਹੈ ਨਾ, ਨੀਕੀ ਕੀੜੀ ਮੈਂ ਘਰ ਰੱਖ। ਨਿੱਕੀ ਜੀ ਕੀੜੀ ਵਿੱਚ ਹੀ ਮਹਾਰਾਜ ਜੀਵ ਦਾ ਕਾਲ ਰੱਖ ਸਕਦੇ ਹੈ। ਮਹਾਰਾਜ ਨੇ ਬਾਣੀ ਵਿੱਚ ਆਖਿਆ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਆਕਰਖ। ਤੇ ਜਦੋਂ ਹੁੰਦੀ ਹੈ ਆਗਿਆ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ, ਉਦੋਂ ਫਿਰ ਕੀੜੀ ਵੀ ਸਾਹ ਖਿੱਚ ਲੈਂਦੀ ਹੈ। ਤੇ ਜੇ ਵਾਹਿਗੁਰੂ ਜੀ ਨੇ ਬਚਾਉਣਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਮਾਰ ਨਹੀਂ ਸਕਦਾ ਹੈ। ਇਹ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਅੰਦਰ ਸਿੱਖਾਂ ਦੇ ਕੀਤੇ ਹੋਏ ਪ੍ਰਸ਼ਨਾਂ ਦੇ ਗਰੀਬ ਨਵਾਜ ਨੇ ਉੱਤਰ ਦਿੱਤੇ। ਪ੍ਰਕਰਣਾਂ ਦੇ ਵਿੱਚ ਸਤਿਗੁਰਾਂ ਜੀ ਨੇ ਸਾਨੂੰ ਸਿੱਖਿਆ ਦਿੱਤੀ ਤੇ ਵਾਹਿਗੁਰੂ ਤੇ ਨਿਸ਼ਚਾ ਬਣਾਇਆ ਹੈ ਸੱਚੇ ਪਾਤਸ਼ਾਹ ਜੀ ਨੇ। ਜਿੱਥੇ ਸਤਿਗੁਰਾਂ ਜੀ ਨੇ ਆਖਿਆ ਸੀ ਨਾ, ਬਦਕ ਭਰਾਰੇਣ ਲੱਖ ਆਵਦਾ ਹੈ, ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ। ਤੇ ਜੇ ਰੱਖਣ ਵਾਲਾ ਹੈ ਨਾ ਵਾਹਿਗੁਰੂ ਸਮਰੱਥ, ਫਿਰ ਮਹਾਰਾਜ ਕਹਿੰਦੇ ਕੋਈ ਰੋਮ ਵੀ ਵਿੰਗਾ ਨਹੀਂ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮਨ ਦਾ ਨਿਸ਼ਚਾ ਬੱਝਣਾ ਬੜਾ ਔਖਾ ਹੈ, ਸੌਖਾ ਨਹੀਂ ਹੈ। ਸ਼ਬਦ ਵਿੱਚ ਟਿਕਣਾ ਬਹੁਤ ਔਖਾ ਹੈ। ਜਦੋਂ ਬਿਰਤੀ ਸ਼ਬਦ ਵਿੱਚ ਲੱਗ ਜਾਵੇ, ਫਿਰ ਜੰਮਣ ਮਰਨ ਤੋਂ ਪਰੇ ਹੋ ਜਾਈਦਾ ਹੈ। ਭਾਵੇਂ ਕਿ ਜ਼ਿੰਦਗੀ ਦੀ ਬੜੀ ਵੱਡੀ ਅਹਿਮੀਅਤ ਹੈ। ਮਹਾਰਾਜ ਜੀ ਨੇ ਕਿਹਾ, ਹੀਰੇ ਵਰਗਾ ਅਮੋਲਕ ਰਤਨ ਜਿਹੜਾ ਇਹ ਜੀਵਨ ਵਾਹਿਗੁਰੂ ਨੇ ਤੈਨੂੰ ਬਖਸ਼ਿਆ ਏ, ਪਰ ਜੀਵ ਸੰਸਾਰ ਦੇ ਰਸਾਂ ਵਿੱਚ ਲੱਗ ਕੇ ਇਸ ਦੀ ਕਦਰ ਕੀਮਤ ਗਵਾ ਬੈਠਾ ਏ। ਜਦੋਂ ਸ੍ਰਿਸ਼ਟੀ ਤੇ ਉਪਦਰਵ ਵੱਧਦੇ ਆ ਨਾ, ਉਦੋਂ ਕੋਈ ਕੁਦਰਤ ਜ਼ਰੂਰ ਕਰਵਟ ਲੈਂਦੀ ਹੈ। ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਹੋ। 3 ਦਿਨ ਦੇ ਉਚੇਚੇ ਸਮਾਗਮਾਂ ਤੇ ਆਪ ਸੰਗਤਾਂ ਨੇ ਆਗਿਆ ਕੀਤੀ। ਗੁਰਮੁਖ ਪਿਆਰੇ ਭਾਈ ਮਨਜਿੰਦਰ ਸਿੰਘ ਜੀ, ਇਹਨਾਂ ਨੇ ਆਖਿਆ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣਾ, ਤੁਸੀਂ ਜ਼ਰੂਰ ਆਓ। ਭਾਵੇਂ ਕਿ ਮੈਨੂੰ ਜਿਹੜਾ ਵੀ ਸੁਣਦਾ ਸੀ ਕਿ ਗਿਆਨੀ ਜੀ ਕਥਾ ਕਰਨ ਚੱਲੇ, ਇਹੋ ਜਿਹੇ ਸਮੇਂ 'ਚ ਛੱਡੋ, ਕੀ ਕਥਾ ਕਰਨੀ ਹੈ, ਘਰੇ ਬਹਿ ਕੇ ਤੁਸੀਂ ਭਜਨ ਕਰੋ। ਸਤ ਸੰਗਤ ਜੀ, ਹੁਣ ਤਾਂ ਘਰੇ ਬਹਿ ਕੇ ਵੀ ਭਜਨ ਕਰੀਏ ਤਾਂ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ। ਪਰ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ
ਆਪ ਦਾ ਜਸ ਕਰਵਾਈ ਜਾਣ। ਇਹ ਬਹੁਤ ਵੱਡੀ ਦਾਤ ਹੈ। ਲੋਕ ਪਰਲੋਕ ਇਹਦੇ ਨਾਲ ਸੌਰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਭਾਵੇਂ ਕਿ ਹਦਾਇਤਾਂ ਬੜੀਆਂ ਸਖਤ ਨੇ, ਕਿਉਂਕਿ ਜਿੱਥੇ ਸਰਕਾਰੀ ਤੌਰ ਤੇ ਕਾਨੂੰਨ ਕੋਈ ਲਾਗੂ ਹੋਵੇ ਤਾਂ ਉਹਨੂੰ ਫਾਲੋ ਕਰਨਾ ਜਿਹੜਾ ਹੈ ਨਾ ਸਭ ਵਾਸਤੇ ਜਿਹੜਾ ਜਾਣੋ ਭਾਵੇਂ ਮਜਬੂਰੀ ਹੈ ਤੇ ਭਾਵੇਂ ਤੁਸੀਂ ਆਪਣੀ ਰਜ਼ਾਮੰਦੀ ਨਾਲ ਮੰਨ ਲਓ, ਉਵੇਂ ਤਾਂ ਕਰਨਾ ਹੀ ਪੈਂਦਾ ਹੈ। ਪਰ ਭਰੋਸਾ ਜਿਹੜਾ ਹੈ ਉਹ ਸਤਿਗੁਰਾਂ ਜੀ ਤੇ ਰੱਖਣਾ ਚਾਹੀਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਓਟ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਰੀਰ ਕਿਸੇ ਦਾ ਵੀ ਲੋਹੇ ਦਾ ਨਹੀਂ ਬਣਿਆ ਹੋਇਆ। ਸਰੀਰ ਦੇ ਅੰਦਰ ਖੱਟ ਵਿਕਾਰ ਹਨ, ਇਹਨੂੰ ਰੋਗ ਵਿਆਪਦੇ ਹੀ ਹੈ। ਫਿਰ ਕਈ ਸ਼ੰਕਾ ਕਰਦੇ ਹੈ ਜੀ ਵੇਖੋ, ਜੇ ਬਾਣੀ ਪੜ੍ਹਦੇ ਹੈ, ਨਾਮ ਜਪਦੇ ਆ ਤੇ ਉਹਨਾਂ ਨੂੰ ਵੀ ਤਾਂ ਰੋਗ ਹੋ ਹੀ ਜਾਂਦਾ ਹੈ ਨਾ, ਹੋ ਜਾਂਦਾ ਹੈ, ਪਰ ਮਨ ਕਰਕੇ ਉਹਨਾਂ ਨੂੰ ਰੋਗ ਨਹੀਂ ਹੁੰਦਾ। ਸਰੀਰ ਕਰਕੇ ਜਿੰਨਾ ਵੀ ਜੀਵਨ ਨੂੰ ਦੁੱਖ ਹੁੰਦਾ ਨਾ, ਉਹਦੀ ਪੀੜਾ ਮਨ ਕਰਕੇ ਹੀ ਹੁੰਦੀ ਹੈ ਸਾਰੀ। ਸਰੀਰ ਨੂੰ ਕੋਈ ਪੀੜਾ ਨਹੀਂ ਹੁੰਦੀ, ਪੀੜਾ ਅੰਦਰ ਮਨ ਮੰਨਦਾ ਹੈ। ਤੇ ਜਦੋਂ ਮਨ ਪੀੜਾ ਤੋਂ ਪਰੇ ਹੋ ਜਾਂਦਾ ਹੈ ਨਾ, ਬੁਖਾਰ ਤਾਂ ਬ੍ਰਹਮ ਗਿਆਨੀ ਨੂੰ ਵੀ ਚੜ੍ਹਦਾ ਹੈ, ਜ਼ੁਕਾਮ ਤਾਂ ਬ੍ਰਹਮ ਗਿਆਨੀ ਨੂੰ ਵੀ ਹੁੰਦਾ ਹੈ, ਪਰ ਉਹ ਪਰਵਾਹ ਨਹੀਂ ਕਰਦੇ। ਉਹ ਇਹ ਸਮਝਦੇ ਹੈ ਕਿ ਜਰਾ ਮਰਾ ਸਿਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਵਾਹਿਗੁਰੂ ਦੇ ਹੁਕਮ ਵਿੱਚ ਹੈ ਸਭ ਕੁਛ। ਉਹ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਹੈ, ਰਜਾ ਵਿੱਚ ਚੱਲਦੇ ਹੈ। ਵਾਹਿਗੁਰੂ ਦੀ ਅੰਤ ਖੁਸ਼ੀ ਉਹਨਾਂ ਤੇ ਹੁੰਦੀ ਹੈ। ਸੋ ਮੈਂ ਜ਼ਿਆਦਾ ਸਮਾਂ ਇਸ ਪਾਸੇ ਨਾ ਲਾਵਾਂ। ਸ੍ਰੀ ਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਉਤਸ਼ਾਹ ਵਿੱਚ ਆਪ ਸੰਗਤ ਵਿੱਚ ਆਏ ਹੋ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ ਕਿ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅਸੀਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਹੜੇ ਸ੍ਰੀ ਗੁਰੂ ਜੀ ਦੇ ਪੁਰਬਾਂ ਨੂੰ ਬਹੁਤ ਪ੍ਰੇਮ ਨਾਲ ਮਨਾਉਂਦੇ ਤੇ ਤਨ ਮਨ ਧਨ ਕਰਕੇ ਮਨਾਉਂਦੇ ਆ। ਜਦੋਂ ਤਨ ਕਰਕੇ ਸੇਵਾ ਕਰੀਏ, ਮਨ ਕਰਕੇ ਗੁਰੂ ਜੀ ਦੀ ਬਾਣੀ ਪੜ੍ਹੀਏ, ਜਦੋਂ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆਉਂਦਾ, ਜਿਨ੍ਹਾਂ ਸਤਿਗੁਰਾਂ ਜੀ ਦਾ ਸਾਨੂੰ ਬਾਣੀ ਵਿੱਚ ਬਖਸ਼ਿਆ ਹੋਇਆ ਉਪਦੇਸ਼ ਹੈ, ਉਹਨਾਂ ਸਤਿਗੁਰਾਂ ਦੀ ਵਿਸ਼ੇਸ਼ ਬਾਣੀ ਉਸ ਪੁਰਬ ਦੇ ਉੱਪਰ ਪੜ੍ਹੀਏ ਤੇ ਆਪਣਾ ਮਨ ਜਿਹੜਾ ਨਾ ਸ਼ਬਦ ਨੂੰ ਸੁਣ ਕਰਕੇ ਪ੍ਰਬੋਧੀਏ ਕਿ ਸਤਿਗੁਰੂ ਜੀ ਸਾਨੂੰ ਕੀ ਸਿੱਖਿਆ ਦਿੱਤੀ ਤੇ ਅਸੀਂ ਜੀਵਨ ਉਸ ਸਿੱਖਿਆ ਦੇ ਮੁਤਾਬਕ ਜੀ ਰਹੇ ਹਾਂ। ਜਿਹੜੇ ਗੁਰਸਿੱਖ ਆਪਣੇ ਮਨ ਨੂੰ ਢਾਲਦੇ ਆ, ਗੁਰਪੁਰਬ ਮਨਾਉਣ ਦਾ ਕੀ ਲਾਭ ਹੁੰਦਾ? ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਆਦਿ ਕਾਲ ਤੋਂ ਮਨਾਇਆ ਜਾਂਦਾ ਰਿਹਾ। ਭਾਵ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਗੁਰਿਆਈ ਤਖਤ ਤੇ ਬਿਰਾਜਮਾਨ ਹੋਏ, ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣਾ ਆਰੰਭ ਕੀਤਾ। ਫਿਰ ਇਹ ਰੀਤ ਗੁਰੂ ਘਰ ਦੇ ਅੰਦਰ ਲਗਾਤਾਰ ਚੱਲਦੀ ਰਹੀ। ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਜਦੋਂ ਖਾਲਸਾ ਰਾਜ ਸੀਗਾ ਉਦੋਂ ਮਨਾਇਆ ਜਾਂਦਾ ਰਿਹਾ। ਜ਼ਿਕਰ ਹੁੰਦਾ ਹੈ ਕਿ 2.5 ਮਹੀਨੇ ਪਹਿਲਾਂ ਸ੍ਰੀ ਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਲਾਹੌਰ ਵਿੱਚ ਆਤਿਸ਼ਬਾਜ਼ੀ ਹੋਇਆ ਕਰਦੀ ਸੀ। ਬਹੁਤ ਜ਼ਿਆਦਾ ਸਤਿਗੁਰਾਂ ਜੀ ਦੇ ਪਾਵਨ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ, ਜਿੱਥੇ ਹਜ਼ੂਰ ਦਾ ਆਗਮਨ ਹੋਇਆ, ਉਸ ਪਵਿੱਤਰ ਸਥਾਨ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਸੀ। ਬੜੇ ਭਾਰੀ ਜਸ਼ਨ ਹੁੰਦੇ, 2-2.5 ਮਹੀਨੇ ਬਾਅਦ ਤੱਕ ਵੀ ਇਹ ਜਸ਼ਨ ਚੱਲਦੇ ਰਹਿੰਦੇ। ਤੇ ਜਿਸ ਦਿਨ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਆਉਂਦਾ,
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਸ ਦਿਨ ਵੱਡੇ ਵੱਡੇ ਕੈਦੀਆਂ ਦੀਆਂ ਸਜ਼ਾਵਾਂ ਮਾਫ ਕਰ ਦਿੰਦੇ ਕਿ ਅੱਜ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਉਹਨਾਂ ਲਈ ਸਾਰੀਆਂ ਜੇਲ੍ਹਾਂ ਖੋਲ ਦਿੰਦੇ, ਕੈਦਖਾਨੇ ਖਾਲੀ ਕਰ ਦਿੰਦੇ ਕਿ ਸ੍ਰੀ ਗੁਰੂ ਜੀ ਦੇ ਉਪਕਾਰ ਨੂੰ ਵਿੱਚ ਚੇਤੇ ਰੱਖਣ। ਭਾਵੇਂ ਕਿ ਖਾਲਸਾ ਰਾਜ ਦੇ ਸਮੇਂ ਵਿੱਚ ਕਿਸੇ ਨੂੰ ਫਾਹੇ ਨਹੀਂ ਟੰਗਿਆ ਗਿਆ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਜਾਂ ਹੋਰ ਵੀ ਲੰਬੀਆਂ ਸਜ਼ਾਵਾਂ ਸਨ, ਉਹ ਵੀ ਸਾਰੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਆਉਂਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ, ਉਦੋਂ ਇਹ ਕੈਦੀ ਜਿਹੜੇ ਸੀ ਸਾਰੇ ਕੈਦਖਾਨੇ ਚੋਂ ਰਿਹਾ ਕਰ ਦਿੱਤੇ ਜਾਂਦੇ ਸੀਗੇ। ਬਹੁਤ ਵੱਡਾ ਪੁਰਬ ਹੈ ਸਿੱਖ ਕੌਮ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ। ਇਹਦੇ ਮਨਾਉਣ ਨਾਲ ਸਾਨੂੰ ਸਿੱਖੀ ਪ੍ਰਾਪਤ ਹੁੰਦੀ, ਜੇਕਰ ਕਿ ਕਿਉਂਕਿ ਜਿਵੇਂ ਇਹੀ ਮੰਨੀਏ ਕਿ ਚਲੋ ਦੀਵਾਲੀ ਹੈ ਤੇ ਦੀਵਾ ਜਗਾ ਆਈਏ ਤੇ ਮੱਥਾ ਟੇਕਿਆ, 2 ਰਸਗੁੱਲੇ ਖਾਧੇ, ਲੰਗਰ 'ਚ ਗੱਪਾਂ 2 ਮਾਰੀਆਂ ਤੇ ਚੱਲ ਘਰ ਨੂੰ ਚਲੇ ਗਏ। ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਇਉਂ ਮਨਾਏ ਤੇ ਕਿਵੇਂ ਕਹਿੰਦੇ ਆ, ਗੁਰੂ ਘਰ 'ਚ ਰੌਣਕਾਂ ਜ਼ਰੂਰ ਚਾਹੀਦੀਆਂ, ਪਰ ਇਹੋ ਜਿਹੀ ਰੌਣਕ ਨਹੀਂ ਚਾਹੀਦੀ ਕਿ ਕਥਾ ਕੀਰਤਨ ਹੀ ਨਾ ਕੋਈ ਸੁਣੇ। ਹਲਿਆ ਹਲਿਆ ਕਰਦਿਆਂ ਆਉਣਾ, ਹਲਿਆ ਹਲਿਆ ਕਰਦਿਆਂ ਚਲੇ ਜਾਣਾ, ਇਹ ਕੋਈ ਸੰਗਤ ਕਰਨ ਦਾ ਢੰਗ ਥੋੜ੍ਹਾ ਹੁੰਦਾ। ਤੇ ਜੇ ਕੋਈ ਕਹਿ ਦੇਵੇ, ਇੱਥੇ ਤਾਂ ਬਾਹਰਲੇ ਦੇਸ਼ 'ਚ ਮਾਇਆ ਦਾ ਬਾਹਲਾ ਪ੍ਰਭਾਵ ਕਰਕੇ ਕੋਈ ਵਿਚਾਰੇ ਕਹਿੰਦੇ ਉਹ ਨਹੀਂ, ਜੇ ਕਹਿ ਦੇ ਤੇ ਉਹਦੇ ਗਲ ਪੈਂਦੇ ਆ ਕਿ ਤੂੰ ਭਾਈ ਕਥਾ ਕਰਨੀ ਕਰਨੀ, ਕੀਰਤਨ ਕਰਨਾ ਕਰਨੀ ਤੇ ਆਪਣਾ ਕੰਮ ਕਰ। ਫਿਰ ਕੋਈ ਵੀ ਲੜਾਈ ਕਾਹਨੂੰ ਕੋਈ ਛੇੜਦਾ ਹੈ ਵੀ ਨਹੀਂ ਸੰਗਤ ਕਰਨੀ ਤੇ ਨਾ ਕਰੋ। ਪਰ ਜਦੋਂ ਇਸ ਕਦਰ ਸਮਾਜ ਦਾ ਢਾਂਚਾ ਖਰਾਬ ਹੋ ਜਾਏ ਨਾ ਕਿ ਧਾਰਮਿਕ ਅਸਥਾਨਾਂ ਤੋਂ ਵੀ ਧਰਮ ਦੀ ਪਰਿਭਾਸ਼ਾ ਨੂੰ ਵਿਗਾੜ ਦਿੱਤਾ ਜਾਵੇ, ਸੱਚ ਨਾਮ ਦੇ ਉਪਦੇਸ਼ ਨੂੰ ਗ੍ਰਹਿਣ ਨਾ ਕੀਤਾ ਜਾਵੇ, ਫਿਰ ਇਹੋ ਜਿਹੇ ਹਾਲਾਤ ਬਣਦੇ ਆ ਜਿਹੋ ਜਿਹੇ ਬਣਦੇ ਜਾ ਰਹੇ ਆ। ਵਾਹਿਗੁਰੂ ਜੀ ਸੰਸਾਰ ਦੇ ਅੰਦਰ ਸਦਾ ਸੁੱਖ ਵਰਤਾਉਂਦੇ ਆ, ਪਰ ਜੀਵ ਨੇ ਆਪ ਹੀ ਇਸ ਸੰਸਾਰ ਦੇ ਮਾਹੌਲ ਨੂੰ, ਵਾਤਾਵਰਨ ਨੂੰ ਕਿਹੋ ਜਿਹਾ ਭੈੜਾ ਬਣਾ ਦਿੱਤਾ। ਜੇ ਸ੍ਰੀ ਗੁਰੂ ਜੀ ਦੇ ਅਵਤਾਰ ਦੀ ਬਾਬਤ ਆਪਾਂ ਵੇਖੀਏ ਨਾ ਤੇ ਹਵਾਲੇ ਹੈ ਗੁਰਬਾਣੀ ਦੇ ਅੰਦਰ ਵੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ, ਸ਼੍ਰੀ ਦਸਮ ਗ੍ਰੰਥ ਦੇ ਅੰਦਰ ਵੀ। ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਗਰੀਬ ਨਵਾਜ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿਹੜੇ ਕਾਰਨ ਕਰਕੇ ਹੋਇਆ, ਤੇ ਮਹਾਰਾਜ ਜੀ ਨੇ ਆਖਿਆ ਸੀ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਜ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਕਿ ਜਦੋਂ ਧਰਤੀ ਪਾਪਾਂ ਨਾਲ ਭਰ ਗਈ ਸੀ ਨਾ ਸਾਰੀ, ਉਹਨੇ ਅਰਦਾਸ ਕੀਤੀ ਸੀ ਧਰਤੀ ਨੇ। ਹੁਣ ਇਹ ਜਿਹੜੀਆਂ ਗੱਲਾਂ ਨਾ ਜਦੋਂ ਸੁਣਾਈਏ, ਸੰਸਾਰ ਏਡਾ ਨਾਸਤਿਕ ਹੋ ਗਿਆ ਤੇ ਬਹੁਤ ਵੱਡਾ ਹਿੱਸਾ ਸੰਸਾਰ ਦਾ ਨਾਸਤਿਕ ਬਣਦਾ ਜਾਂਦਾ ਤੇ ਸਿੱਖ ਪੰਥ ਅੰਦਰ ਇਹੋ ਜਿਹੇ ਨਲਾਇਕ ਪੈਦਾ ਹੋ ਗਏ। ਉਹ ਪ੍ਰਚਾਰਕ ਉਹ ਕਹਿੰਦੇ ਲਓ ਜੀ ਧਰਤੀ ਗੱਲਾਂ ਕਰ ਸਕਦੀ, ਲਓ ਜੀ ਆਸਮਾਨ ਨੂੰ ਅਖੇ ਜੀ ਆਕਾਸ਼ਵਾਣੀ ਹੋਈ ਆਸਮਾਨ ਵਿੱਚੋਂ, ਤੇ ਸਰੋਤਿਆਂ ਨੇ ਅੱਗੇ ਕਿਹੜਾ ਵੀ ਮੂਲ ਮੰਤਰ ਦੇ 1.25 ਲੱਖ ਜਾਪ ਕੀਤੇ ਐ, ਬੜੇ ਇਕਾਗਰ ਹੁੰਦੇ ਐ, ਬੜਾ ਧਰਮ ਵਿੱਚ ਨਿਸ਼ਚਾ ਹੈ, ਕੰਨਾਂ ਦੇ ਕੱਚੇ ਜਿਹੋ ਜਿਹਾ ਸੁਣਿਆ ਉਹੋ ਜਿਹਾ ਅਮਲ ਕਰ ਲਿਆ। ਤੇ ਮਕਾਨ ਨੂੰ ਉਸਾਰਨ ਲੱਗਿਆਂ ਬਹੁਤ ਸਮਾਂ ਲੱਗਦਾ, ਢਾਉਣ ਲੱਗਿਆਂ ਸਮਾਂ ਨਹੀਂ ਲੱਗਦਾ। ਜੀਵਨ ਬਣਾਉਣਾ, ਨਿਸ਼ਚਾ ਬਣਾਉਣਾ, ਬੜੀ ਮਿਹਨਤ ਕਰਨੀ ਪੈਂਦੀ ਹੈ। ਡੇਗਣਾ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਸੁੱਟ ਲਓ। ਕਿੰਨੇ ਨਾਸਤਿਕ ਤੁਰੇ ਫਿਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਗਵਾਹੀ ਦਿੱਤੀ ਹੈ ਕਿ ਇਹ ਧਰਤੀ ਨੇ ਪੁਕਾਰ ਕੀਤੀ ਤੇ ਇਹ ਸ਼ਬਦ ਕਹੇ ਨਾ, ਸੁਣੀ ਪੁਕਾਰ ਦਾਤਾਰ ਪ੍ਰਭ,
ਫਿਰ ਕੀ ਕਿਹਾ? ਗੁਰੂ ਨਾਨਕ ਜਗ ਮਾਹੇ ਪਠਾਇਆ। ਰੋਜ਼ ਲੜੀਵਾਰ ਕਥਾ ਸਿੱਖ ਸੰਗਤਾਂ ਦੇ ਹੁਕਮ ਕਰਕੇ ਆਰੰਭ ਕੀਤੀ ਹੈ, ਤੇ ਉਹ ਕਥਾ ਜਿਹੜੀ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਧਾਰਿਆ। ਮਹਾਰਾਜ ਜੀ ਨੇ ਤਲਵੰਡੀ ਵਿਖੇ ਤੀਸਰਾ ਅਧਿਆਇ ਸੰਪੂਰਨ ਹੋਇਆ, ਤੇ ਇੱਥੇ ਹੁਣ ਕੇਵਲ 3 ਦਿਨ ਕਥਾ ਕਰਨੀ ਸੀ। ਇਸ ਕਰਕੇ ਆਖਿਆ ਖੁੱਲੀ ਕਥਾ ਜਾਂ ਸ਼ਬਦ ਦੀ ਕਥਾ ਨਾਲ ਕਰਦੇ ਹਾਂ, ਸੰਗਤ ਹੋਰ ਵਧੇਕ ਲਾਹਾ ਲੈ ਸਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੇ ਹਾਲਾਤ ਸਾਰੇ ਜਿਹੜੇ ਆ ਨਾ, ਉਹ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਲਿਖੇ, ਤੇ ਉਹ ਸਾਰਾ ਕੁਝ ਭਾਈ ਸਾਹਿਬ ਨੇ ਕਿਹਾ ਮੈਂ ਸਰੋਤ ਲਏ ਹੈ। ਫਿਰ ਉਹਨਾਂ ਸਰੋਤਾਂ ਦਾ ਜ਼ਿਕਰ ਕੀਤਾ ਹੈ ਆਪਣੇ ਗ੍ਰੰਥ ਦੇ ਅੰਦਰ, ਤੇ ਜਿੱਥੇ ਸਰੋਤਾਂ ਦਾ ਜ਼ਿਕਰ ਕੀਤਾ ਨਾ, ਭਾਈ ਸਾਹਿਬ ਦਾ ਆਪ ਦਾ ਜੀਵਨ ਏਡਾ ਉੱਚਾ ਸੀ ਕਿ ਆਪ ਨੇ ਬਹੁਤ ਮੂਲ ਮੰਤਰ ਦੇ ਗੁਰ ਮੰਤਰ ਦੇ ਜਾਪ ਕੀਤੇ, ਸਤਿਗੁਰਾਂ ਜੀ ਦਾ ਪ੍ਰਤੱਖ ਦੀਦਾਰ ਪਾਇਆ, ਤੇ ਦਿਵ ਦ੍ਰਿਸ਼ਟੀ ਦੁਆਰਾ ਹਜ਼ੂਰ ਦਾ ਜੀਵਨ ਲਿਖਿਆ, ਦਿਵ ਦ੍ਰਿਸ਼ਟੀ ਨਾਲ। ਹੁਣ ਇਹ ਦਿਵ ਦ੍ਰਿਸ਼ਟੀ ਕੀ ਹੁੰਦੀ ਹੈ? ਜਦੋਂ ਜਿਸ ਪਾਸੇ ਵੱਲ ਨੂੰ ਕਦੇ ਅਸੀਂ ਤੁਰੇ ਹੀ ਨਹੀਂ, ਸਾਨੂੰ ਉਹਦਾ ਕੀ ਪਤਾ ਲੱਗੇ। ਜਦੋਂ ਚੱਲੀਏ ਨਾ, ਇਹ ਚੱਲਣਾ ਮਨ ਕਰਕੇ ਹੁੰਦਾ ਹੈ, ਸਰੀਰ ਕਰਕੇ ਸੰਗਤ ਵਿੱਚ ਆਈਦਾ, ਤੇ ਸੰਗਤ ਵਿੱਚ ਬਹਿ ਜਾਈਏ ਤੇ ਮਨ ਕਰਕੇ ਫਿਰ ਸਫ਼ਰ ਸ਼ੁਰੂ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੇ ਹਾਲਾਤ ਭਾਈ ਸਾਹਿਬ ਜੀ ਨੇ ਲਿਖੇ ਹੈ ਕਿ ਇਹੋ ਜਿਹੀ ਬੁਰੀ ਹਾਲਤ ਸੰਸਾਰ ਦੀ, ਸਮਾਜ ਦੀ ਹੋ ਗਈ ਕਿ ਜਿਹੜੇ ਰਾਜੇ ਲੋਕ ਸੀ ਉਹ ਪਾਪ ਕਮਾਉਂਦੇ ਹੈ, ਪ੍ਰਜਾ ਨੂੰ ਇੰਨਾ ਦੁੱਖ ਦਿੰਦੇ ਹੈ ਕਿ ਕੋਈ ਵੀ ਜੀਵ ਸੁਖੀ ਨਹੀਂ ਬਚਿਆ। ਫਿਰ ਜਿੰਨੇ ਕੋਈ ਮੰਤਰੀ ਹੈ, ਕਾਜੀ ਹੈ, ਜਿਨ੍ਹਾਂ ਨੇ ਨਿਆਂ ਕਰਨਾ ਹੁੰਦਾ, ਤੇ ਉਹ ਰਿਸ਼ਵਤਾਂ ਲੈ ਲੈ ਕਰਕੇ ਝੂਠੇ ਕੋ ਸਾਚਾ ਕਰ ਦੇ, ਸੱਚ ਨਿਆਓ ਕੋ ਨਾਉ ਨਾ ਲਈ, ਸੱਚ ਦਾ ਨਿਆਂ ਦਾ ਨਾਮ ਨਹੀਂ ਲੈਂਦੇ। ਦੇਸ਼ ਦੀ ਧਰਤੀ ਤੇ ਤਾਂ ਇਹੋ ਜਿਹੇ ਹਾਲਾਤ ਕਰਪਟ ਬਣੇ ਹੋਏ ਹੈ, ਬੁਰੀ ਹਾਲਤ ਹੈ। ਜਿਹੜੇ ਨਾਮ ਜਪਦੇ ਆ, ਸਤਸੰਗਤ ਕਰਦੇ ਆ, ਉਹੋ ਹੀ ਇਹਨਾਂ ਬੁਰਾਈਆਂ ਤੋਂ ਬਚੇ ਹੈ, ਨਹੀਂ ਤਾਂ ਗਰਸਿਆ ਗਿਆ ਸੰਸਾਰ, ਬੁਰੀ ਹਾਲਤ ਹੋ ਗਈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਕਾਰਨ ਇਹ ਲਿਖਿਆ ਕਿ ਜਦੋਂ ਧਰਤੀ ਨੇ ਪਾਪਾਂ ਦੇ ਵਿੱਚ ਗ੍ਰਸਤ ਹੋ ਕਰਕੇ ਫਿਰ ਅਰਦਾਸ ਕੀਤੀ, ਕਿਉਂਕਿ ਹੁਣ ਸਾਇੰਸ ਵੀ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉਹ ਕੀ ਆਧਾਰ ਦੱਸਦੀ ਹੈ ਧਰਤੀ ਦਾ, ਕਿ ਧਰਤੀ ਕਿਹਦੇ ਆਸਰੇ ਤੇ ਖੜੀ ਹੈ। ਹੋਰ ਵੀ ਗ੍ਰਹਿ ਇਸ ਵਾਯੂਮੰਡਲ ਦੇ ਅੰਦਰ, ਇਸ ਬ੍ਰਹਿਮੰਡ ਦੇ ਅੰਦਰ ਹਨ, ਕੌਣ ਉਹਨਾਂ ਨੂੰ ਖਿਲਾਰੀ ਬੈਠਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਾਂ ਬਾਣੀ ਵਿੱਚ ਆਖਿਆ ਕਿ ਨਿਰੰਕਾਰ ਦੇ ਨਾਮ ਦੇ ਆਸਰੇ ਤੇ ਸਭ ਕੁਝ ਟਿਕਿਆ ਹੋਇਆ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਧਾਰੇ ਆਸਰੇ ਤੇ ਸਭ ਕੁਝ ਟਿਕਿਆ ਹੋਇਆ ਹੈ। ਧਰਤੀ ਜਿਹੜੀ ਹੈ ਨਾ, ਇਹ ਧਰਮ ਦੇ ਆਸਰੇ ਤੇ ਟਿਕੀ ਹੋਈ ਹੈ। ਜੇ ਧਰਮ ਨਾ ਰਹੇ ਤੇ ਧਰਤੀ ਸਥਿਰ ਨਹੀਂ ਰਹਿ ਸਕਦੀ। ਫਿਰ ਧਰਤੀ ਨੇ ਪੁਕਾਰ ਕੀਤੀ ਸੀ ਨਿਰੰਕਾਰ ਦੇ ਚਰਨਾਂ ਵਿੱਚ, ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ, ਤੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਕਿ ਇੰਨੇ ਪਹਾੜ, ਇੰਨੇ ਦਰਿਆ, ਇੰਨੇ ਜੀਵ ਜੰਤ ਤੁਰੇ ਫਿਰਦੇ ਐ, ਮੈਨੂੰ ਇਹਨਾਂ ਦਾ ਭਾਰ ਨਹੀਂ ਵਿਆਪਦਾ। ਜੇ ਭਾਰ ਪੈ ਗਿਆ ਮੇਰੇ ਤੇ ਪਾਪਾਂ ਦਾ ਭਾਰ ਪੈ ਗਿਆ। ਸਤਜੁਗ ਦੇ ਵਿੱਚ ਤਾਂ 4 ਚਰਨ ਸੀਗੇ, ਸਤਜੁਗ 7, ਤ੍ਰੇਤਾ ਜੱਗੀ, ਦੁਆਪਰ ਪੂਜਾ 4, ਤੀਨੋਂ ਯੁਗ ਤੀਨੋਂ ਦੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਤਾਂ ਹੁਣ ਨਾਮ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਇਹ ਹੋਰਨਾਂ ਯੁੱਗਾਂ ਦੇ ਅੰਦਰ ਜਿਹੜੇ ਸੀ ਨਾ, ਜਪ ਤਪ ਸਤ ਪੂਜਾ, ਇਹ ਕਰਮ
ਲੋਕ ਕਰਦੇ ਸੀਗੇ। ਤੇ ਕਲਯੁਗ ਦੇ ਅੰਦਰ ਤੇ ਇੱਕੋ ਹੀ ਚਰਨ ਰਹਿ ਗਿਆ। ਧਰਤੀ ਕਹਿੰਦੀ ਹੁਣ ਮੈਂ ਖੜੀ ਕਿਵੇਂ ਹੋਵਾਂ, ਕਿਵੇਂ ਮੇਰੇ ਕੋਲੋਂ ਟਿਕਿਆ ਜਾਵੇ। ਧਰਮ ਤਾਂ ਵਿਨਾਸ਼ ਹੋ ਗਿਆ। ਜਿਹੜੇ ਜੀਵ ਆਪੋ ਆਪਣੇ ਧਰਮ ਨੂੰ ਲੰਘ ਹੀ ਜਾਣ ਤਾਂ ਵੇਖੋ ਸਮਾਜ ਕਿਸ ਤਰ੍ਹਾਂ ਦਾ ਹੋਵੇਗਾ। ਇਸਤਰੀ ਪਤੀ ਦੇ ਧਰਮ ਨੂੰ ਲੰਘ ਜੇ, ਪਤੀ ਇਸਤਰੀ ਦੇ ਧਰਮ ਨੂੰ ਲੰਘ ਜੇ, ਪੁੱਤਰ ਪਿਤਾ ਦਾ ਧਰਮ ਨਾ ਪਾਲੇ, ਸਮਾਜ ਕੀ ਹੋਊਗਾ? ਵੈਸ਼ੀਆ ਖਾਨਾ ਬਣ ਜਾਏਗਾ, ਹੋਰ ਕੀ ਹੋਏਗਾ। ਤੇ ਫਿਰ ਉੱਥੇ ਇਹੋ ਜਿਹੇ ਹਾਲਾਤ ਕਰੋਪੀ ਦੇ ਹੋਣਗੇ ਜ਼ਰੂਰ। ਜਿੱਥੇ ਕੋਈ ਧਰਮ ਨਹੀਂ, ਜਿੱਥੇ ਕੋਈ ਸੱਚ ਨਹੀਂ, ਜਿੱਥੇ ਸੰਤੋਖ ਨਹੀਂ, ਜਿੱਥੇ ਪ੍ਰਭੂ ਦੀ ਯਾਦ ਨਹੀਂ, ਜਿੱਥੇ ਕੋਈ ਸੁਚਮਤਾ ਨਹੀਂ, ਫਿਰ ਉੱਥੇ ਇਹੋ ਜਿਹੇ ਹਾਲਾਤ ਬਣ ਜਾਂਦੇ। ਧਰਤੀ ਨੇ ਜਦੋਂ ਇਉਂ ਪੁਕਾਰ ਕੀਤੀ, ਅਰਦਾਸ ਕੀਤੀ, ਤੇ ਫਿਰ ਵਾਹਿਗੁਰੂ ਜੀ ਨੇ ਉਸ ਅਰਦਾਸ ਨੂੰ ਸੁਣਿਆ। ਸੱਚਾ ਸੁਣਿਆ ਕੰਨ ਦੇ ਭਾਵ ਧਿਆਨ ਦੇ ਕੇ ਵਾਹਿਗੁਰੂ ਨੇ ਸੁਣੀ ਅਰਦਾਸ। ਕਿਉਂਕਿ ਇਸ ਦੀ ਸਿਰਜਣਾ ਨਿਰੰਕਾਰ ਨੇ ਆਪ ਕੀਤੀ ਹੈ। ਤੇ ਫਿਰ ਇਹਦੇ ਤੋਂ ਪਾਪਾਂ ਦੀ ਨਿਵਰਤੀ ਵਾਸਤੇ ਵੀ ਮਹਾਰਾਜ ਕਿਸੇ ਨਾ ਕਿਸੇ ਪੁਰਖ ਨੂੰ ਭੇਜਦੇ ਹੈ। ਕੋਈ ਪੂਰਨ ਪੁਰਖ, ਕੋਈ ਮਹਾਤਮਾ ਪੰਥ ਦੇ ਅੰਦਰ ਵੀ ਜੀਆਂ ਨੂੰ ਭਗਤੀ ਦ੍ਰਿੜਾਉਣ ਲਈ, ਸੱਚ ਧਰਮ ਦਾ ਮਾਰਗ ਦਿਖਾਉਣ ਲਈ, ਸ੍ਰੀ ਗੁਰੂ ਜੀ ਦੇ ਉਪਦੇਸ਼ ਨਾਲ ਜੋੜਨ ਲਈ ਆਉਂਦੇ ਆ ਮਹਾਂਪੁਰਖ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਆਉਣਾ ਜਿਹੜਾ ਨਾ, ਉਹ ਲਿਖਿਆ ਹੈ ਕਿ ਜਦੋਂ ਨਿਰੰਕਾਰ ਨੇ ਪੁਕਾਰ ਸੁਣੀ ਹੈ, ਉਦੋਂ ਫਿਰ ਵਿਚਾਰਿਆ ਕਿ ਜਿਸ ਕਾਰਜ ਵਾਸਤੇ ਬਹੁਤ ਸਾਰੇ ਹੋਰ ਪੀਰ ਪੈਗੰਬਰ ਭੇਜੇ, ਕਿਸੇ ਨੇ ਵੀ ਜਾ ਕੇ ਪ੍ਰੇਮਾ ਭਗਤੀ ਜੀਆਂ ਨੂੰ ਦ੍ਰਿੜਾਈ ਨਹੀਂ। ਇਹ 10ਵੇਂ ਪਾਤਸ਼ਾਹ ਜੀ ਮਹਾਰਾਜ ਬਚਿੱਤਰ ਨਾਟਕ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਕਿ ਜਿਹੜਾ ਵੀ ਧਰਤੀ ਤੇ ਆਇਆ ਨਾ, ਜਿਹਨੂੰ ਥੋੜੀ ਸ਼ਕਤੀ ਵਾਹਿਗੁਰੂ ਨੇ ਦਿੱਤੀ ਕਿ ਜਾ ਨਾਮ ਦੀ ਰੀਤ ਜਿਹੜੀ ਆ ਉਹ ਸੰਸਾਰ ਵਿੱਚ ਚਲਾ। ਤੇ ਮਹਾਰਾਜ 10ਵੇਂ ਪਾਤਸ਼ਾਹ ਲਿਖਿਆ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਉਹਨੇ ਆਪੋ ਆਪਣਾ ਹੀ ਰਾਹ ਤੋਰ ਲਿਆ। ਕਹਿੰਦਾ ਕਿ ਮੈਂ ਆਪ ਹੀ ਪਰਮੇਸ਼ਰ ਆ, ਭੂਲ ਕੇ ਔਰ ਕੋ ਨਾਮ ਨਾ ਲੀਜੈ। ਕਹਿੰਦਾ ਤੂੰ ਭੁੱਲ ਕੇ ਵੀ ਹੋਰ ਕਿਸੇ ਦਾ ਨਾਮ ਨਾ ਲੈ, ਮੇਰੇ ਨਾਲ ਹੀ ਜੁੜ, ਮੈਂ ਹੀ ਰੱਬ ਆ, ਮੇਰੇ ਤੋਂ ਪਰਾਂ ਕੋਈ ਹੋਰ ਹੈ ਨਹੀਂ। ਸ਼ਿਵ ਜੀ ਕਹਿੰਦਾ ਮੈਂ ਬ੍ਰਹਮਾ, ਬ੍ਰਹਮਾ ਕਹਿੰਦਾ ਮੈਂ ਬ੍ਰਹਮਾ। ਫਿਰ ਇਸੇ ਕਰਕੇ ਆ ਸਨਾਤਨੀ ਮਤ ਵਿੱਚ ਸਾਰੇ ਭਗਵਾਨ ਹੀ ਕਹਿੰਦੇ, ਸਭ ਦੇਵੀ ਦੇਵਤਿਆਂ ਨੂੰ, ਪਰ ਭਗਵਾਨ ਤਾਂ ਇੱਕ ਹੈ, ਵਾਹਿਗੁਰੂ ਤਾਂ ਇੱਕ ਹੈ। ਜਦੋਂ ਇੱਥੇ ਆ ਕਰਕੇ ਆਪੋ ਆਪਣੀ ਸੋਭਾ ਵਿੱਚ ਸਾਰੇ ਫਸ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਦਾ ਵਿਸਥਾਰ ਬਹੁਤ ਲਿਖਿਆ ਹੈ। ਮਹਾਰਾਜ ਕਹਿੰਦੇ ਪਹਿਲਾਂ ਪਰਮੇਸ਼ਰ ਨੇ ਦੈਂਤ ਪੈਦਾ ਕੀਤੇ ਤੇ ਉਹਨਾਂ ਦੀ ਬਾਬਤ ਲਿਖਿਆ, ਤੇ ਭੁਜ ਬਲ ਬਵਰੇ ਹਵਾ ਗਏ। ਉਹ ਬਾਹਾਂ ਦੇ ਜ਼ੋਰ 'ਚ ਹੀ ਕਮਲੇ ਹੋ ਗਏ, ਡੌਲੇ ਬਣਾ ਕੇ, ਕਿ ਸਾਡੇ ਵਰਗਾ ਤਾਕਤਵਰ ਕੌਣ ਹੈ। ਤੇ ਜਿਹੜੇ ਦੇਵਤੇ ਤਿਨਕੀ ਠੌਰ ਦੇਵਤਾ ਥਾਪੇ, ਉਹਨਾਂ ਦੀ ਥਾਵੇਂ ਦੇਵਤੇ ਥਾਪ ਦਿੱਤੇ। ਤੇ ਸਭ ਕਹੇ ਕਰੋ ਹਮਾਰੀ ਪੂਜਾ, ਹਮ ਬਿਨ ਔਰ ਨਾ ਠਾਕੁਰ ਦੂਜਾ। ਉਹ ਕਹਿੰਦੇ ਸਾਡੀ ਪੂਜਾ ਕਰੋ। ਜਿਹੜੇ ਵੀ ਦੇਵਤੇ ਦਾ ਪੁਰਾਣ ਕੱਢ ਕੇ ਪੜ੍ਹ ਲਓ ਨਾ, ਵਿਸ਼ਨ ਪੁਰਾਣ ਪੜ੍ਹੋ ਤੇ ਉਹਦੇ 'ਚ ਸਭ ਤੋਂ ਵੱਡਾ ਵਿਸ਼ਨੂੰ ਜੀ ਨੂੰ ਕਥਨ ਕੀਤਾ। ਬ੍ਰਹਮਾ ਦਾ ਪੁਰਾਣ ਕੱਢ ਕੇ ਪੜ੍ਹ ਲਓ, ਉਹਦੇ 'ਚ ਸਭ ਤੋਂ ਵੱਡਾ ਬ੍ਰਹਮਾ ਜੀ ਨੂੰ ਕਥਨ ਕੀਤਾ। ਸ਼ਿਵ ਪੁਰਾਣ ਕੱਢ ਕੇ ਪੜ੍ਹੋਗੇ, ਉਹਦੇ 'ਚ ਸ਼ਿਵ ਜੀ ਨੂੰ ਸਭ ਤੋਂ ਵੱਡਾ ਕਥਨ ਕੀਤਾ। ਪਰ ਜੇ ਸਤਿਗੁਰੂ ਜੀ ਦੀ ਬਾਣੀ ਪੜ੍ਹੋਗੇ ਤੇ ਹਜ਼ੂਰ ਨੇ ਕਿਹਾ ਸਭ ਤੋਂ ਵੱਡਾ ਵਾਹਿਗੁਰੂ ਹੈ, ਨਿਰੰਕਾਰ ਹੈ ਸਭ ਤੋਂ ਵੱਡਾ। ਭਾਵੇਂ ਕਿ ਸ੍ਰੀ ਗੁਰੂ ਜੀ ਦੇ ਪਰਥਾਏ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਕਿਉਂਕਿ ਆਪ ਨਿਰੰਕਾਰ ਸਰੂਪ ਨੇ ਸੱਚੇ ਪਾਤਸ਼ਾਹ ਜੀ। ਜਦੋਂ ਇਹ ਵਾਹਿਗੁਰੂ ਜੀ ਨੇ ਜਿਸ ਸਮੇਂ ਆਪਣੇ ਮਨ ਦੇ ਅੰਦਰ ਵਿਚਾਰਿਆ, ਉਹ ਸਾਰੇ ਖਿਆਲਾਤ 10ਵੇਂ ਪਾਤਸ਼ਾਹ ਜੀ ਨੇ ਲਿਖੇ ਹੈ। ਤੇ ਸੰਸਾਰ ਦੇ ਅੰਦਰ ਆਉਂਦੇ ਸੀ, ਥੋੜੀ ਸ਼ਕਤੀ ਪਾ ਕੇ ਤੇ ਜੀਆਂ ਨੂੰ ਆਪਣੀ ਪੂਜਾ ਵਿੱਚ ਫਸਾ ਲੈਂਦੇ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ
ਜਿਹੜੇ ਭੇਖ ਵਿਖਾਉਂਦੇ ਆ ਨਾ ਜਗਤ ਦੇ ਅੰਦਰ, ਭੇਖ ਹੁੰਦਾ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦਿਖਾਵਾ ਕਰਨਾ। ਤੇ ਜਿਹੜੇ ਭੇਖ ਦਿਖਾਉਂਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜੀਵ ਚ ਚਲਤ ਜਗਤ ਕੇ ਕਾਜਾ। ਉਹਨਾਂ ਦੇ ਜਿਉਂਦਿਆਂ ਜੀ ਤੇ ਜਗਤ ਦੇ ਕੰਮ ਬੜੇ ਵਧੀਆ ਚੱਲਦੇ। ਸਵਾਂਗ ਦੇਖ ਪੂਜਤ ਸਭ ਰਾਜਾ, ਪਖੰਡ ਵੇਖ ਕੇ ਰਾਜੇ ਵੀ ਪੂਜਾ ਕਰਨ ਲੱਗ ਜਾਂਦੇ, ਮੰਤਰੀ ਸੰਤਰੀ ਵੀ ਪੂਜਾ ਕਰਨ ਲੱਗ ਜਾਂਦੇ। ਪਖੰਡ ਦੇ ਪਿੱਛੇ ਤਾਂ ਬਾਹਲੀ ਛੇਤੀ ਦੁਨੀਆ ਲੱਗਦੀ, ਕਿਉਂਕਿ ਸੌਖਾ ਹੁੰਦਾ ਨਾ ਸਾਰਾ ਉਹ ਦੱਸਦੇ। ਉਹ ਕਿਹੜਾ ਵਿਕਾਰਾਂ ਨੂੰ ਵਸ ਕਰਨਾ ਦੱਸਦੇ, ਉਹ ਕਿਹੜੇ ਰਸਾਂ ਨੂੰ ਛੱਡਣਾ ਦੱਸਦੇ। ਤੇ ਫਿਰ ਸਵਾਂਗ ਪਖੰਡ ਵੇਖ ਵੇਖ ਕੇ ਵੱਡੇ ਵੱਡੇ ਜਦੋਂ ਅਹੁਦਿਆਂ ਵਾਲੇ ਪੂਜਾ ਕਰਨ ਲੱਗ ਜਾਣ ਤੇ ਆਮ ਦੁਨੀਆ ਫਿਰ ਪਿੱਛੇ ਲੱਗ ਤੁਰਦੀ ਹੈ, ਕਿਉਂਕਿ ਮਾਇਆਧਾਰੀ ਤੋਂ ਬਾਹਰਲੇ ਬਲ ਤੋਂ ਪ੍ਰਭਾਵਿਤ ਹੁੰਦਾ ਜੀਵ ਵੇਖ ਕੇ ਕਿ ਐਡੀ ਜਿਹੜਾ ਪਦਵੀ ਵਾਲਾ ਫਲਾਨਾ ਮਨੁੱਖ ਜਾਂਦਾ, ਬਈ ਬੜੀ ਮਾਨਤਾ, ਅਸੀਂ ਵੀ ਚੱਲੀਏ। ਕਿਹੜਾ ਕੋਈ ਗੁਰਮਤਿ ਪੜ੍ਹੀ ਹੈ, ਫਿਰ ਪਿੱਛੇ ਲੱਗ ਤੁਰਦੇ ਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਇੱਥੇ ਤਾਂ ਬੜੇ ਵਧੀਆ ਕੰਮ ਚੱਲਦੇ ਆ, ਚੰਗੇ ਪੱਖੇ ਹੁੰਦੇ ਆ, ਬੜਾ ਸੋਹਣਾ ਮਹਾਰਾਜ ਟੌਰ ਵਿਖਾਉਂਦੇ, ਤੇ ਪ੍ਰਲੋਕ ਵਿੱਚ ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਤੇ ਦਸਵੇਂ ਪਾਤਸ਼ਾਹ ਨੇ ਕਿਹਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਅੰਤ ਦੇ ਸਮੇਂ ਮਹਾਰਾਜ ਕਹਿੰਦੇ ਕਾਲ ਦੀ ਛੁਰੀ ਨਾਲ ਵੱਢੇ ਜਾਣਗੇ, ਨਰਕਾਂ 'ਚ ਵਾਸ ਪਾਇਆ ਜਾਊਗਾ। ਹੁਣ ਜਿਹੜੀ ਚੀਜ਼ ਅਸੀਂ ਵੇਖੀ ਨਹੀਂ, ਉਹ ਕਹਿੰਦੇ ਹੈ ਹੀ ਨਹੀਂ। ਸਤਿਗੁਰੂ ਜੀ ਦੀ ਬਾਣੀ ਜਦੋਂ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਮਹਾਰਾਜ ਸਾਨੂੰ ਜਿੱਥੇ ਸੰਸਾਰ ਦੇ ਅੰਦਰ ਜੋ ਸੱਚ ਮਾਰਗ ਮਹਾਰਾਜ ਦਿਖਾਉਂਦੇ ਆ ਨਾ, ਤੇ ਜਿਹੜੇ ਸਾਨੂੰ ਚੀਜ਼ ਦਿਸਦੀ ਨਹੀਂ, ਪਰਲੋਕ ਸਰੀਰ ਤੋਂ ਪਰੇ, ਉਸ ਦਾ ਵੀ ਸਤਿਗੁਰੂ ਜੀ ਸਾਨੂੰ ਗਿਆਨ ਦਿੰਦੇ। ਜੇ ਅਸੀਂ ਸਤਿਗੁਰੂ ਜੀ ਦੀ ਸਿੱਖਿਆ ਉੱਤੇ ਭਰੋਸਾ ਕਰੀਏ ਤੇ ਫਿਰ ਉਹ ਅਦ੍ਰਿਸ਼ ਚੀਜ਼ਾਂ ਦਿਸਣ ਨੂੰ ਹੀ ਲੱਗ ਜਾਂਦੀਆਂ, ਜਿਹੜੀਆਂ ਅੱਖਾਂ ਨਾਲ ਨਹੀਂ ਦਿਸਦੀਆਂ, ਅਦ੍ਰਿਸ਼ ਦਿਸਣ ਵੀ ਲੱਗ ਜਾਂਦੀਆਂ। ਇਹ ਸ਼ਬਦ ਦੀ ਕਮਾਈ ਹੈ ਜਿੰਨੀ ਜਿੰਨੀ ਕੋਈ ਕਰੇ। ਤੇ ਸਤਿਗੁਰੂ ਜੀ ਨੇ ਇਹ ਬਚਨ ਕਹੇ ਆ ਕਿ ਜਦੋਂ ਇੱਥੋਂ ਤੱਕ ਸੰਸਾਰ ਦੇ ਹਾਲਾਤ ਵਿਗੜ ਗਏ ਸੀਗੇ, ਫਿਰ ਵਾਹਿਗੁਰੂ ਜੀ ਨੇ ਇਉਂ ਮਨ ਦੇ ਅੰਦਰ ਖਿਆਲ ਕੀਤਾ, ਧਰਤੀ ਨੂੰ ਆਖਿਆ ਕਿ ਹੁਣ ਤਾਂ ਇਸ ਕਾਰਜ ਵਾਸਤੇ ਬੜੇ ਅਸੀਂ ਪਹਿਲਾਂ ਭੇਜੇ ਸੀ, ਪਰ ਇਹ ਕਾਰਜ ਕਿਸੇ ਵੀ ਪੂਰਾ ਨਹੀਂ ਕੀਤਾ। ਹੁਣ ਅਸੀਂ ਆਪ ਤਿਆਰਾ ਕਰਕੇ ਫਿਰ ਜਿਹੜਾ ਨਾ ਇਹ ਧਰਤੀ ਤੇਰੇ ਪਾਪਾਂ ਦਾ ਭਾਰ ਚੱਕਣ ਲਈ ਆਵਾਂਗੇ। ਤੇ ਇਹ ਫਿਰ ਬਚਨ ਕਹੇ ਸੀਗੇ ਕਿ ਜਿਵੇਂ ਜਿਵੇਂ ਤੇਰੇ ਧਰਤੀ ਤੇਰੇ ਉੱਤੇ ਕੀਰਤਨ ਹੋਵੇਗਾ, ਇਹ ਲਿਖਤ ਬਚਨ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ, ਕਿ ਜਿਵੇਂ ਜਿਵੇਂ ਤੇਰੇ ਉੱਪਰ ਕੀਰਤਨ ਹੋਵੇਗਾ, ਨਾਮ ਜਪਿਆ ਜਾਵੇਗਾ, ਤਿਵੇਂ ਤਿਵੇਂ ਤੇਰੇ ਪਾਪਾਂ ਦਾ ਭਾਰ ਲੱਥ ਜਾਵੇਗਾ। ਜਦੋਂ ਆਪਾਂ ਪ੍ਰਭੂ ਨਾਮ ਵਿੱਚ ਜੁੜਦੇ ਹਾਂ ਨਾ, ਚਾਹੇ ਆਪਣਾ ਨਿਤਨੇਮ ਕਰਦੇ ਹਾਂ, ਚਾਹੇ ਗੁਰਸਿਮਰਨ ਦਾ ਜਿਹੜਾ ਹੈ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ, ਚਾਹੇ ਸਤਸੰਗਤ ਵਿੱਚ ਕੀਰਤਨ ਤੇ ਕਥਾ ਕਰਦੇ ਹਾਂ, ਸੁਣਦੇ ਹਾਂ, ਇਹ ਸਾਧ ਸੰਗਤ ਜੀ ਜਿੱਥੋਂ ਸਾਡੇ ਸਰੀਰ ਤੋਂ ਪਾਪਾਂ ਦਾ ਭਾਰ ਲੈਂਦਾ ਨਾ, ਉੱਥੋਂ ਗੁਰਮੁਖ ਧਰਤੀ ਦੇ ਉੱਤੋਂ ਵੀ ਪਾਪਾਂ ਦਾ ਭਾਰ ਚੱਕਦੇ ਆ। ਧਰਤੀ ਤਾਂ ਹੀ ਟਿਕਦੀ ਹੈ, ਤਾਂ ਹੀ ਹੌਲੀ ਰਹਿੰਦੀ ਹੈ। ਜੇ ਪਾਪ ਹੀ ਵੱਧ ਜੇ ਤੇ ਧਰਤੀ ਟਿਕੀ ਨਹੀਂ ਰਹਿ ਸਕਦੀ। ਫਿਰ ਇਹ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ। ਤੇ ਜਦੋਂ ਫਿਰ ਧਰਤੀ ਨੇ ਇਹ ਬਚਨ ਸੁਣੇ, ਫਿਰ ਧਰਤੀ ਆਨੰਦ ਦੇ ਸਹਿਤ ਸ਼ਾਂਤ ਹੋ ਗਈ ਕਿ ਆਪ ਮਾਲਕ ਨੇ ਆਉਣ ਦਾ ਵਿਚਾਰ ਬਣਾ ਲਿਆ। ਬੇਨਤੀ ਜਦੋਂ ਕੀਤੀ ਤੇ ਵਾਹਿਗੁਰੂ ਜੀ ਨੇ ਫਿਰ ਸੱਚੇ ਸੁਣਿਆ, ਕੰਨ ਦੇ ਧੀਰਕ ਦੇਵੈ, ਧੀਰਕ ਭਾਵ ਧੀਰਜ ਦਿੱਤੀ, ਸੁਦੇ ਸਿਧ ਸਹਿਜ ਸੁਭਾਏ। ਪ੍ਰੇਮ ਪੂਰਵਕ ਜਦੋਂ ਇਉਂ ਆਖਿਆ, ਫਿਰ ਧਰਤੀ ਸ਼ਾਂਤ ਹੋ ਤੇ ਉਸ ਸਮੇਂ ਨੂੰ ਉਡੀਕਣ ਲੱਗੀ। ਤੇ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਫਿਰ ਅਵਤਾਰ ਧਾਰਿਆ, ਹਜੂਰ ਦੀ ਵੰਸ਼ ਬਾਰੇ ਜ਼ਿਕਰ ਕੀਤਾ, ਬੇਦੀ ਕੌਣ ਸਨ ਉਹ ਜ਼ਿਕਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੇ ਪੂਰਵਜ ਕਿਹੋ ਜਿਹੇ ਸ਼ਸਤਰਧਾਰੀ ਯੋਧੇ ਹੋਏ।
ਉਹ ਸਾਰੀਆਂ ਜੰਗਾਂ ਮਹਾਰਾਜ ਜੀ ਨੇ ਲਿਖੀਆਂ ਸੱਚੇ ਪਾਤਸ਼ਾਹ ਨੇ। ਫਿਰ ਲਿਖਦਿਆਂ ਹਜ਼ੂਰ ਨੇ ਕਿਹਾ ਕਿ ਸਾਡੇ ਕੋਲੋਂ ਆਪਣੀ ਪ੍ਰਭਾ ਆਪ ਨਹੀਂ ਹੁਣ ਕਹੀ ਜਾਂਦੀ, ਇਸ ਕਰਕੇ ਅਸੀਂ ਗ੍ਰੰਥ ਦੇ ਵਧਣ ਤੋਂ ਡਰਦੇ ਹਾਂ, ਥੋੜਾ ਕਥਨ ਕੀਤਾ ਹੈ। ਤੇ ਹਜ਼ੂਰ ਨੇ ਜਿੱਥੇ ਲਿਖਿਆ, ਕਵੀ ਭਾਈ ਸੰਤੋਖ ਸਿੰਘ ਜੀ ਨੇ ਉੱਥੋਂ ਸਰੋਤ ਲੈ ਕਰਕੇ ਆਖਿਆ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੂਰਵਜ ਸ਼ਸਤਰਧਾਰੀ ਸੀਗੇ। ਫਿਰ ਉਹਨਾਂ ਨੇ ਜੋ ਕਥਾ ਵਿੱਚ ਸ਼੍ਰੀ ਨਾਨਕ ਪ੍ਰਕਾਸ਼ ਦੇ ਗ੍ਰੰਥ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਵੇਂ ਜਿਹੜੇ ਹੈ ਯੱਗ ਆਦਿਕ ਕਰਦੇ ਆ ਨਾ, ਉਹਦੀ ਉੱਚੇ ਥੜੀ ਬੰਨੀ ਹੁੰਦੀ ਹੈ। ਕਹਿੰਦੇ ਨੇ ਗੁਰੂ ਸਾਹਿਬ ਦੇ ਪੂਰਵਜਾਂ ਨੇ ਯੁੱਧ ਰੂਪੀ ਬੇਦਕਾ ਮੰਡੀ ਹੋਈ ਸੀ, ਭਾਵ ਯੁੱਧ ਰੂਪੀ ਥੜੀ ਬੰਨੀ ਹੋਈ ਸੀ, ਤੇ ਉਹਦੇ ਵਿੱਚ ਅੱਗ ਬਾਲਦੇ। ਫਿਰ ਤੇ ਇੱਧਰ ਅੱਗ ਕਿਹੜੀ ਬਾਲਦੇ ਸੀ? ਜਿਹੜਾ ਜ਼ਾਲਮਾਂ ਨੂੰ ਕਾਲ ਦੇ ਮੂੰਹ ਚ ਪਾਉਂਦੇ ਸੀ ਨਾ, ਉਹ ਅੱਗ ਬਾਲੀ ਹੋਈ ਹੈ। ਫਿਰ ਉਹਦੇ ਚ ਆਹੂਤੀਆਂ ਦਿੱਤੀਆਂ ਜਾਂਦੀਆਂ। ਜਦੋਂ ਯੱਗ ਕੀਤਾ ਜਾਂਦਾ ਹੈ, ਉਹਦੇ ਵਿੱਚ ਆਹੂਤੀ ਕਿਹੜੀ ਦਿੰਦੇ ਆ? ਦੁਸ਼ਟਾਂ ਦੇ ਮਾਸ ਦੀ ਤੇ ਜ਼ਾਲਮਾਂ ਦਾ ਲਹੂ ਪਾ ਕੇ ਉਹ ਬੇਦਕਾ ਮੰਡੀ ਹੋਈ ਹੈ। ਤੇ ਫਿਰ ਕਹਿੰਦੇ ਆ, ਅਸ ਬੇਦੀ ਵਾਸੀ ਤਲਵੰਡੀ, ਜਿਨ ਕੀ ਕੀਰਤ ਹੈ ਜਗ ਮੰਡੀ। ਜਿਨ੍ਹਾਂ ਦੀ ਕੀਰਤੀ ਇਸ ਸੰਸਾਰ ਦੇ ਅੰਦਰ ਛਾਈ ਹੋਈ ਹੈ। ਗੁਰੂ ਸਾਹਿਬ ਦੇ ਪੂਰਵਜ ਏਡੇ ਜਿਹੜੇ ਸੀ ਸ਼ਸਤਰਧਾਰੀ ਮਹਾਬਲੀ ਯੋਧੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਿੱਥੇ ਅਵਤਾਰ ਧਾਰਨਾ ਗਰੀਬ ਨਵਾਜੀ ਨੇ, ਸਾਧ ਸੰਗਤ ਜੀ, ਉਹ ਸੱਚੇ ਪਾਤਸ਼ਾਹ ਜੀ ਦਾ ਜੋ ਪਵਿੱਤਰ ਸਥਾਨ ਹੈ ਗੁਰਦੁਆਰਾ ਨਨਕਾਣਾ ਸਾਹਿਬ, ਰਾਏ ਭੋਏ ਦੀ ਤਲਵੰਡੀ, ਰਾਏ ਬੁਲਾਰ ਜੀ ਜਿੱਥੋਂ ਦੇ ਹਾਕਮ ਸੀਗੇ, ਰਾਜੇ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੇ ਅਵਤਾਰ ਧਾਰਨਾ। ਤੇ ਇਹ ਬਾਹਰ ਦੇਸ਼ ਕਿਹੋ ਜੀ ਧਰਤੀ ਹੈ, ਉਹ ਕਵੀਰਾਜ ਜੀ ਨੇ ਜ਼ਿਕਰ ਕੀਤਾ। ਬਾਹਰ ਦੇਸ਼ ਦੀ ਧਰਤੀ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ, ਇਹ ਧਰਤੀ ਸਭ ਧਰਤੀਆਂ ਦੀ ਰਾਜਾ ਰੂਪ ਧਰਤੀ ਹੈ। ਜਿਸ ਧਰਤੀ ਨੂੰ ਅਸੀਂ ਬਿਲੋਂਗ ਕਰਦੇ ਹਾਂ ਨਾ, ਜਿੱਥੋਂ ਦੇ ਅਸੀਂ ਵਾਸੀ ਹਾਂ, ਭਾਵੇਂ ਕਿੰਨੇ ਸਿਟੀਜ਼ਨ ਹੋਈਏ ਇੱਥੇ ਆ ਕਰਕੇ, ਪਰ ਜਿਨ੍ਹਾਂ ਦਾ ਬਚਪਨ ਉੱਥੇ ਬੀਤਿਆ, ਆਪਣੀ ਧਰਤੀ ਦੀ ਖੁਸ਼ਬੂ ਜਿਨ੍ਹਾਂ ਦੇ ਅੰਦਰ ਵੜੀ ਹੋਈ ਹੈ, ਚਾਹੇ ਕਿੰਨੀਆਂ ਪੀੜ੍ਹੀਆਂ ਵੀ ਬਦਲ ਜਾਣ, ਉਹਨਾਂ ਨੂੰ ਆਪਣਾ ਪਿਛੋਕੜ ਨਹੀਂ ਭੁੱਲਦਾ। ਆਪਣਾ ਪਿਛਲਾ ਜਿਹੜਾ ਨਾ, ਉਹ ਚੇਤਾ ਸਦਾ ਹੀ ਰਹਿੰਦਾ ਮਨ ਦੇ ਅੰਦਰ, ਚਾਹੇ ਮਨ ਦੀਆਂ ਕਿਤੇ ਗਹਿਰਾਈਆਂ ਵਿੱਚ ਉਹ ਯਾਦਾਂ ਬੈਠੀਆਂ ਰਹਿਣ। ਸ਼੍ਰੀ ਗੁਰੂ ਜੀ ਦੇ ਅਵਤਾਰ ਧਾਰਨ ਦੇ ਉਸ ਅਸਥਾਨ ਦੀ ਸੋਭਾ ਕਵੀਰਾਜ ਜੀ ਨੇ ਕਹੀ ਹੈ ਕਿ ਇਹ ਧਰਤੀ ਸਾਰਿਆਂ ਦੇਸ਼ਾਂ ਦੀ ਰਾਜਾ ਰੂਪ ਧਰਤੀ ਹੈ। ਕਹਿੰਦੇ ਕੇਵਲ ਕਿਹਾ ਨਹੀਂ, ਲੱਛਣ ਪ੍ਰਗਟ ਹੁੰਦੇ ਹੈ। ਉਹ ਲੱਛਣ ਦੱਸੇ। ਫਿਰ ਕਹਿੰਦੇ ਬਾਹਰ ਦੇਸ਼ ਦੇ ਇੱਕ ਪਾਸੇ ਜਿਹੜਾ ਰਾਵੀ ਦਰਿਆ ਠਾਠਾਂ ਮਾਰਦਾ ਚੱਲ ਰਿਹਾ ਨਾ, ਉਹ ਤਾਂ ਬਾਹਰ ਦੇਸ਼ ਦੇ ਉੱਤੇ ਪੱਖਾ ਕਰ ਰਿਹਾ ਹੈ। ਰਾਜਿਆਂ ਦੇ ਰਾਜ ਦਰਬਾਰ ਵਿੱਚ ਚੰਦਰਮੁਖੀ, ਸੂਰਜਮੁਖੀ ਪੱਖੇ ਹੋਇਆ ਕਰਦੇ, ਉਹ ਚੱਕਰਵਰਤੀ ਬਾਦਸ਼ਾਹਾਂ ਦੇ ਚਿੰਨ੍ਹ ਹੁੰਦੇ। ਤੇ ਇਹ ਚਿੰਨ੍ਹ ਕਵੀਰਾਜ ਨੇ ਦੱਸੇ। ਕਹਿੰਦੇ ਜਿਹੜਾ ਵਗਦਾ ਹੋਇਆ ਰਾਵੀ ਹੈ ਨਾ, ਇਹ ਤਾਂ ਜਾਣੋ ਕਿ ਬਾਹਰ ਦੇਸ਼ ਦੇ ਉੱਤੇ ਪੱਖਾ ਕਰ ਰਿਹਾ ਹੈ, ਤੇ ਬਾਹਰ ਦੇਸ਼ ਦੇ ਦੂਸਰੇ ਪਾਸੇ ਬਹੁਤ ਤੁਗਿਆਨੀ ਦੇ ਸ਼ਹਿਦ ਚਨਾਬ ਵਗ ਰਿਹਾ। ਪੰਜਾਂ ਦਰਿਆਵਾਂ ਦੀ ਧਰਤੀ ਹੈ ਸਾਡੀ। ਬਾਹਰ ਦੇਸ਼ ਦਾ ਜ਼ਿਕਰ ਕਰਦੇ ਆ, ਤੇ ਵਗਦਾ ਹੋਇਆ ਚਨਾਬ ਕਹਿੰਦੇ ਆ ਬਾਹਰ ਦੇਸ਼ ਦੇ ਉੱਤੇ ਚੌਰ ਕਰ ਰਿਹਾ ਹੈ। ਇਹੋ ਜਿਹਾ ਰਾਜਿਆਂ ਵਰਗਾ ਸ਼ੁਭ ਲੱਛਣ ਜਿਹੜਾ ਇਸ ਧਰਤੀ ਦਾ ਪ੍ਰਗਟ ਹੋ ਰਿਹਾ। ਫਿਰ ਕਹਿੰਦੇ ਨੇ ਇਹ ਜਿਹੜੀ ਪਵਿੱਤਰ ਧਰਤੀ ਹੈ ਨਾ, ਇੱਥੇ ਘੋੜੇ ਬੜੇ ਆਲਾ ਨਸਲ ਦੇ ਪੈਦਾ ਹੁੰਦੇ, ਹੋਰ ਵੀ ਪਸ਼ੂ ਸ੍ਰੇਸ਼ਟ ਜਾਤੀਆਂ ਦੇ ਇੱਥੇ ਪੈਦਾ ਹੁੰਦੇ ਆ। ਅਨਾਜ ਬਾਹਲਾ ਜ਼ਿਆਦਾ ਇੱਥੇ ਪੈਦਾ ਹੁੰਦਾ ਹੈ। ਤੇ ਜਿਹੜੀਆਂ ਗਾਵਾਂ ਨੇ, ਮੱਝਾਂ ਨੇ, ਸ਼੍ਰੀ ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਹੀ ਦੁੱਧ ਕੀ ਦਿੰਦੀਆਂ, ਅੰਮ੍ਰਿਤ ਹੀ ਦੇਣ ਲੱਗ ਪਈਆਂ। ਉਥੋਂ ਦੇ ਜੀਵ ਜੰਤੂ ਕੈਸੇ ਬਣ ਗਏ, ਬਹੁਤ ਕਵੀਰਾਜ ਨੇ ਵਿਸਥਾਰ ਲਿਖਿਆ ਕਿ ਸਤਿਗੁਰੂ ਜੀ ਦੇ ਆਗਮਨ ਦੇ ਵਕਤ ਧਰਤੀ ਵੀ ਸਾਰੀ ਸਰ ਸਬਜ਼ ਹੋ ਗਈ। ਸਾਰੇ ਤਲਵੰਡੀ ਨਗਰ ਦੇ ਦੁਆਲੇ ਰੁੱਖ ਜਿਹੜੇ ਖੜੇ ਹੈ, ਫਲਾਂ ਤੇ ਫੁੱਲਾਂ ਨਾਲ ਭਰੇ ਹੋਏ ਆ, ਪੱਤਿਆਂ ਨਾਲ ਭਰ ਗਏ ਆ। ਇਉਂ ਲੱਗਦਾ ਜਿਵੇਂ ਸਾਰਿਆਂ ਨੂੰ ਸੁੱਖ ਦੇਣ ਲਈ ਬਨਸਪਤੀ ਇੰਨੀ ਖਿੜ ਗਈ ਹੈ। ਤੇ ਕਵੀਰਾਜ ਨੇ ਉੱਥੇ ਪ੍ਰਮਾਣ ਦਿੱਤਾ, ਕਹਿੰਦੇ ਭਾਈ ਖਿੜੇ ਵੀ ਕਿਉਂ ਨਾ,
ਕਿਉਂਕਿ ਇਸ ਧਰਤੀ ਦੀ ਪੁਕਾਰ ਸੁਣ ਕੇ ਆਪ ਖਾਵੰਦ ਮਾਲਕ ਵਾਹਿਗੁਰੂ ਖੁਦ ਆ ਰਹੇ ਤੇ ਧਰਤੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਆਗਮਨ ਦੀ ਖੁਸ਼ੀ ਵਿੱਚ। ਤੇ ਜਿਵੇਂ ਜਿਵੇਂ ਉਸ ਨਗਰ ਦੇ ਅੰਦਰ ਹਵਾ ਚੱਲਦੀ ਹੈ, ਲੋਕ ਜਿਹੜੇ ਵਿਹਾਰ ਕਰਦੇ ਹੈ, ਚਾਰ ਵਰਨਾ ਕਰਕੇ ਪੂਰੀ ਹੋਈ ਉਹ ਤਲਵੰਡੀ ਨਗਰੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਗਮਨ ਦਾ ਜਦੋਂ ਵਕਤ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰਾ ਵਿਸਥਾਰ ਕਰਦਿਆਂ ਹੋਇਆ ਹਜ਼ੂਰ ਨੇ ਕਿਹਾ 20 ਗਾਂਵ ਤਿਨਕੇ ਰਹਿ ਗਏ, ਤਿਨਮੋ ਕਰਤ ਕਰਸਾਨੀ ਭਏ, ਇਹ ਭਾਂਤ ਬਹੁ ਕਾਲ ਬਤਾਇਓ, ਜਨਮ ਸਮੇਂ ਨਾਨਕ ਕੋ ਆਇਓ। ਇਸ ਤਰ੍ਹਾਂ ਬਹੁਤ ਜਦੋਂ ਸਮਾਂ ਬਤੀਤ ਹੋਇਆ, ਸ੍ਰੀ ਗੁਰੂ ਜੀ ਦੇ ਅਵਤਾਰ ਧਾਰਨ ਦਾ ਵਕਤ ਆ ਗਿਆ। ਮਹਾਰਾਜ ਸਾਹਿਬ ਜੀ ਕਿਵੇਂ ਸਤਿਗੁਰੂ ਜੀ ਅਵਤਾਰ ਧਾਰਦੇ ਆ, ਇਹ ਆਪਾਂ ਇੱਥੋਂ ਕੱਲ ਨੂੰ ਅੱਗੇ ਸ਼ੁਰੂ ਕਰ ਲਾਂਗੇ। ਮਹਾਰਾਜ ਜੀ ਦੇ ਸ਼ਬਦ ਨਾਲ ਜੁੜੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਧਿਆਨ ਨੂੰ ਇਕਾਗਰ ਕਰੀਏ। ਹਜ਼ੂਰ ਦੇ ਧਿਆਨ ਨੂੰ ਟਿਕਾਉਂਦਿਆਂ ਹੋਇਆਂ, ਮਨ ਦੇ ਅੰਦਰ ਸੁਰਤ ਨੂੰ ਟਿਕਾਉਂਦਿਆਂ ਹੋਇਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਸੇਵਾ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਇਹ ਪਵਿੱਤਰ ਸ਼ਬਦ ਸਿੰਗਲਾ ਦੀਪ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਤੇ ਸਤਿਗੁਰਾਂ ਜੀ ਨੇ ਉਹ ਪਦਮਨੀ ਜਾਤੀ ਦੀਆਂ ਜਿਹੜੀਆਂ ਇਸਤਰੀਆਂ ਸੀ, ਉਹਨਾਂ ਦੇ ਪ੍ਰਥਾएं ਹਜ਼ੂਰ ਨੇ ਸਿੱਖਿਆ ਦਿੱਤੀ ਸੀ। ਮਹਾਰਾਜ ਬੀਜ ਮੰਤਰ ਉਚਾਰ ਕੇ ਸ਼ਬਦ ਦੀ ਸਤਿਗੁਰੂ ਜੀ ਆਰੰਭਤਾ ਕਰਦੇ ਹੈ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ਼ ਜੀ ਫਰਮਾਉਂਦੇ ਨੇ ਆਸਾ ਘਰ ਛੇਵਾਂ। ਆਸਾ ਰਾਗ ਹੈ, ਛੇਵੇਂ ਘਰ ਸੁਰਤਾਲ ਦੇ ਅੰਦਰ ਸਤਿਗੁਰਾਂ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਹੈ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਸੱਚੇ ਪਾਤਸ਼ਾਹ ਜੀ ਜਦੋਂ ਹਜ਼ੂਰ ਨੇ ਸਿੰਗਲਾ ਦੀਪ ਵਿੱਚ ਚਰਨ ਪਾਏ ਸੀਗੇ, ਸਮਾਂ ਤਾਂ ਆਪਣੀ ਚਾਲ ਨਾਲ ਚੱਲਦਾ ਹੋਇਆ ਕੇਵਲ 10 ਮਿੰਟ ਰਹਿ ਗਏ ਹੈ। ਤੋਂ ਆਪਾਂ ਇੱਕ ਪੰਕਤੀ ਦਾ ਅਰਥ ਕਰਾਂਗੇ, ਬਾਕੀ ਕੱਲ ਨੂੰ ਸਰਵਣ ਕਰਾਂਗੇ, ਕਿਉਂਕਿ ਸਮੇਂ 'ਚ ਹੀ ਸੀਮਿਤ ਰਹਿਣਾ ਚਾਹੀਦਾ। ਸਰੀਰ ਵੀ ਥੱਕ ਜਾਂਦੇ ਆ ਫਿਰ, ਤੇ ਆਪਾਂ ਕੱਲ ਨੂੰ ਅੱਗੇ ਜਿਹੜਾ ਹੈ ਉਹ ਸਾਰਾ ਸ਼ਬਦ ਸੰਪੂਰਨ ਕਰ ਲਾਂਗੇ, ਪਰ ਮਰਜ਼ਾਦਾ ਮੁਤਾਬਿਕ ਇੱਕ ਪੰਕਤੀ ਦੇ ਅਰਥ ਆਪਾਂ ਜ਼ਰੂਰ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਿੰਗਲਾ ਦੀਪ ਰਾਜੇ ਸ਼ਿਵ ਨਾਗ ਦੇ ਪ੍ਰੇਮ ਦੀ ਖਿੱਚ ਨਾਲ ਗਰੀਬ ਨਵਾਜ਼ ਗਏ ਸੀਗੇ। ਸਤਿਗੁਰੂ ਜੀ ਦੇ ਸਿੱਖ ਹੋਏ ਆ ਭਾਈ ਮਨਸੁਖ ਜੀ। ਇਹ ਲਾਹੌਰ ਦੇ ਵਪਾਰੀ ਸੀਗੇ। ਇਹ ਸਤਿਗੁਰੂ ਜੀ ਦੇ ਸਿੱਖ ਕਿਵੇਂ ਬਣੇ? ਭਾਈ ਮਰਦਾਨਾ ਜੀ ਦੀ ਲੜਕੀ ਦਾ ਵਿਆਹ ਸੀਗਾ। ਇਹ ਮਹਾਰਾਜ ਸਾਹਿਬ ਜੀ ਉਦੋਂ ਸੁਲਤਾਨਪੁਰ ਸਤਿਗੁਰੂ ਜੀ ਹੱਟ ਦਾ ਕਾਰ ਕਰਦੇ ਸੀ ਗਰੀਬ ਨਵਾਜ਼। ਤੇ ਭਾਈ ਭਗੀਰਥ ਮਲਸੀਆਂ ਵਾਲਾ ਜਿਹੜਾ ਕਾਲੀ ਦੇਵੀ ਦਾ ਉਪਾਸ਼ਕ ਸੀਗਾ, ਬਹੁਤ ਸੱਚੇ ਦਿਲੋਂ ਇਹ ਪੂਜਨ ਕਰਦੇ ਸੀ ਦੇਵੀ ਦਾ। ਜਦੋਂ ਇੱਕ ਰਾਤ ਦੇਵੀ ਤੋਂ ਇਹਨਾਂ ਨੇ ਮੁਕਤੀ ਮੰਗੀ ਤੇ ਦੇਵੀ ਦਾ ਸੁਪਨਾ ਆਇਆ ਇਹਨਾਂ ਨੂੰ, ਭਾਈ ਭਗੀਰਥ ਨੂੰ, ਕਿ ਭਾਈ ਭਗੀਰਥ ਜੇ ਸੰਸਾਰ ਦੇ ਅੰਦਰ ਕੋਈ ਪਦਾਰਥ ਚਾਹੀਦਾ ਉਹ ਤਾਂ ਦੇ ਸਕਦੀ ਹਾਂ ਮੈਂ, ਪਰ ਮੁਕਤੀ ਨਹੀਂ ਦੇ ਸਕਦੀ। ਭਾਈ ਭਗੀਰਥ ਸੱਚੇ ਦਿਲੋਂ ਪੂਜਾ ਕਰਦੇ ਸੀ, ਕਹਿੰਦੇ ਆ ਮੈਨੂੰ ਕੇਵਲ ਮੁਕਤ ਚਾਹੀਦੀ ਹੈ। ਫਿਰ ਦੇਵੀ ਨੇ ਸੁਪਨੇ ਵਿੱਚ ਕਿਹਾ, ਭਾਈ ਭਗੀਰਥ ਜੇ ਤੈਨੂੰ ਮੁਕਤ ਚਾਹੀਦੀ ਹੈ ਤੇ ਨਿਰੰਕਾਰ ਨੇ ਅਵਤਾਰ ਧਾਰਿਆ ਇਸ ਧਰਤੀ ਦੇ ਉੱਤੇ,
ਸੰਸਾਰ ਵਾਲੀ ਕਾਰ ਕਰ ਰਹੇ, ਅਜੇ ਜਗਤ ਜਲੰਦੇ ਨੂੰ ਠਾਰਨਾ ਅਜੇ ਉਹਨਾਂ ਨੇ ਆਰੰਭ ਨਹੀਂ ਕੀਤਾ। ਅਜੇ ਸੰਸਾਰ ਦਾ ਰਟਨ ਆਰੰਭ ਨਹੀਂ ਕੀਤਾ। ਜੇ ਤੇਰੇ ਭਾਗ ਜਾਗੇ ਤੇ ਜਾ ਉਹਨਾਂ ਦੀ ਸ਼ਰਨ ਪੈ ਜਾ, ਕੇਵਲ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਹੀ ਹੈ। ਫਿਰ ਭਾਈ ਭਗੀਰਥ ਸਤਿਗੁਰੂ ਜੀ ਦੇ ਕੋਲ ਚੱਲ ਕੇ ਸੁਲਤਾਨਪੁਰ ਆਏ, ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਗਰੀਬ ਨਵਾਜ ਨੇ ਸਿੱਖਿਆ ਦ੍ਰਿੜਾਈ, ਹਜ਼ੂਰ ਦੇ ਕੋਲ ਹੀ ਰਹਿੰਦੇ। ਜਦੋਂ ਭਾਈ ਮਰਦਾਨਾ ਜੀ ਨੇ ਆ ਕਰਕੇ ਬੇਨਤੀ ਕੀਤੀ ਸੀ, ਉਦੋਂ ਫਿਰ ਹਜ਼ੂਰ ਨੇ ਕਿਹਾ ਕਿ ਭਾਈ ਭਗੀਰਥ ਜਾਓ, ਲਾਹੌਰ ਵਿੱਚ ਜਿੰਨੀ ਸਮੱਗਰੀ ਚਾਹੀਦੀ ਹੈ ਸਾਰੀ ਖਰੀਦ ਲਿਆਓ, ਜੋ ਵੀ ਚਾਹੀਦਾ ਵਿਆਹ ਦੀ ਸਮੱਗਰੀ। ਤੇ ਇਹ ਚੱਲਣ ਲੱਗਿਆ ਹਜ਼ੂਰ ਨੇ ਕਿਹਾ ਲਾਹੌਰ ਦੇ ਅੰਦਰ ਇੱਕ ਰਾਤ ਤੋਂ ਵੱਧ ਦਾ ਸਮਾਂ ਨਹੀਂ ਰਹਿਣਾ, ਜਾਂ ਐਵੇਂ ਵੀ ਲਿਖਿਆ ਹੈ ਕਿ ਰਾਤ ਲਾਹੌਰ ਵਿੱਚ ਬਤੀਤ ਨਹੀਂ ਕਰਨੀ, ਵਾਪਸ ਪਰਤ ਆਉਣਾ। ਤੇ ਭਾਈ ਮਨਸੁਖ ਦੇ ਵਪਾਰੀ ਦੇ ਦੁਕਾਨ ਤੋਂ ਜਾ ਕੇ ਸਾਰੀ ਸੌਜ ਖਰੀਦੀ। ਭਾਈ ਮਰਦਾਨਾ ਜੀ ਨਾਲ ਸੀ, ਭਾਈ ਭਗੀਰਥ ਜੀ ਨਾਲ ਸੀ। ਜਦੋਂ ਸਮੱਗਰੀ ਲੈ ਲਈ ਸਾਰੀ ਤੇ ਕੁਝ ਸਮਾਨ ਸੀ, ਉਸ ਸਮੇਂ ਵਿੱਚ ਭਾਵੇਂ ਕਿ ਗੁਰਮਤਿ ਵਿੱਚ ਸਤਿਗੁਰਾਂ ਜੀ ਨੇ ਫਿਰ ਮਨਾ ਕੀਤਾ, ਉਹ ਚੂੜਾ ਹੱਥ ਵਿੱਚ ਪਾਉਣ ਵਾਲਾ ਜਿਹੜਾ ਹੁੰਦਾ ਉਹ ਤਿਆਰ ਨਹੀਂ ਸੀਗਾ। ਭਾਈ ਮਨਸੁਖ ਕਹਿੰਦਾ ਜੇ 2 ਰਾਤਾਂ ਰੁਕ ਜਾਓ ਤੇ ਫਿਰ ਮੈਂ ਬਣਾ ਦਾਂਗਾ। ਭਾਈ ਭਗੀਰਥ ਕਹਿੰਦਾ ਕਿ ਮੈਂ 1 ਰਾਤ ਤੋਂ ਵੱਧ ਨਹੀਂ ਰੁਕ ਸਕਦਾ, ਚਾਹੇ ਕਿੰਨਾ ਵੀ ਕੋਈ ਜ਼ਰੂਰੀ ਕਾਰਜ ਕਿਉਂ ਨਾ ਹੋਵੇ। ਤੇ ਉਹ ਭਾਈ ਮਨਸੁਖ ਕਹਿੰਦਾ ਹੈ ਕਿ ਵੱਡੇ ਕੋਈ ਰਾਜੇ ਦਾ ਵੀ ਨੌਕਰ ਹੋਵੇ ਨਾ, ਉਹ ਇੰਨੀ ਖਿੱਚ ਨਹੀਂ ਕਰਦਾ। ਗੱਲ ਕੀ ਹੈ? ਭਾਈ ਭਗੀਰਥ ਨੇ ਕਿਹਾ ਮੇਰੇ ਪੂਰੇ ਗੁਰੂ ਜੀ ਦਾ ਹੁਕਮ ਹੈ ਕਿ 1 ਰਾਤ ਤੋਂ ਵੱਧ ਲਾਹੌਰ ਨਹੀਂ ਰਹਿਣਾ। ਭਾਈ ਮਨਸੁਖ ਕਹਿੰਦਾ ਕਲਯੁਗ ਵਿੱਚ ਪੂਰਾ ਤਾਂ ਕੌਣ ਹੋ ਸਕਦਾ? ਭਾਈ ਭਗੀਰਥ ਕਹਿੰਦਾ ਵੇਖੇਗਾ ਫਿਰ ਪਤਾ ਲੱਗ ਜਾਏਗਾ, ਜੇ ਬਈ ਤੇਰੀ ਇੱਛਾ ਹੈ ਤਾਂ। ਤੇ ਕਹਿਣ ਲੱਗਾ ਅੱਛਾ ਸਮਾਨ ਤਾਂ ਮੇਰੇ ਕੋਲ ਘਰ ਵਿੱਚ ਹੈਗਾ, ਤੇ ਫਿਰ ਆਪਾਂ ਲੈ ਚੱਲਦੇ ਹਾਂ, ਤੇ ਮੈਨੂੰ ਵੀ ਨਾਲ ਲੈ ਚੱਲੋ। ਕਹਿਣ ਲੱਗੇ ਚੱਲ। ਫਿਰ ਜਦੋਂ ਤੁਰ ਪਏ ਭਾਈ ਮਰਦਾਨਾ ਜੀ, ਭਾਈ ਭਗੀਰਥ ਤੇ ਭਾਈ ਮਨਸੁਖ, ਜਦੋਂ ਸੁਲਤਾਨਪੁਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਨਾ, ਸੁਲਤਾਨਪੁਰ ਲੋਧੀ ਜਿੱਥੇ ਹਜ਼ੂਰ ਬਿਰਾਜ ਰਹੇ ਆ, ਮਨਸੁਖ ਦੇ ਅੰਦਰ ਫੁਰਨਾ ਆਇਆ ਕਿ ਮੈਂ ਤਾਂ ਪੂਰੇ ਗੁਰੂ ਮੰਨਾਂਗਾ ਜੇ ਮੇਰਾ ਨਾਮ ਆਪ ਦੱਸਣਗੇ। ਤੇ ਜਦੋਂ ਸ੍ਰੀ ਗੁਰੂ ਜੀ ਹੱਟ ਤੇ ਸਜੇ ਹੋਏ ਗਰੀਬ ਨਵਾਜ ਆ ਕੇ ਭਾਈ ਭਗੀਰਥ ਨੇ ਮੱਥਾ ਟੇਕਿਆ, ਭਾਈ ਮਰਦਾਨਾ ਜੀ ਨੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿੰਦੇ ਆ ਵੇ ਭਾਈ ਮਨਸੁਖ, ਤੂੰ ਪਹਿਲਾਂ ਨਾਮ ਹੀ ਰਖਾਇਆ ਹੋਇਆ ਆਪਣਾ ਮਨਸੁਖ, ਹੁਣ ਆਪਣੇ ਨਾਮ ਨੂੰ ਸਾਖਿਆਤ ਕਰਨ ਲਈ ਆ ਗਿਆ। ਹਜ਼ੂਰ ਦੇ ਜਦੋਂ ਮੁਖ ਤੋਂ ਨਾਂ ਸੁਣਿਆ ਭਾਈ ਮਨਸੁਖ ਉਦੋਂ ਹੀ ਤਨ ਮਨ ਧਨ ਕਰਕੇ ਹਜ਼ੂਰ ਦਾ ਸਿੱਖ ਹੋ ਗਿਆ। ਸਤਿਗੁਰੂ ਜੀ ਨੇ ਫਿਰ ਸਿੱਖੀ ਦਿੱਤੀ, ਚਰਨ ਪੌਲ ਦਿੱਤੀ। ਭਾਈ ਮਨਸੁਖ ਨੂੰ ਸਾਰੇ ਕਰਮਾਂ ਕਾਂਡਾਂ ਤੋਂ ਵਰਜ ਕੇ ਸੱਚੇ ਨਾਮ ਦੇ ਜਪਣ ਦਾ ਉਪਦੇਸ਼ ਦਿੱਤਾ। ਭਾਈ ਮਨਸੁਖ ਨੇ ਸ੍ਰੀ ਜੀ ਗੁਰੂ ਜੀ ਦੇ ਕੋਲੋਂ ਸ਼ਬਦ ਲਿਖ ਲਏ, ਅੰਮ੍ਰਿਤ ਵੇਲੇ ਜਾਗਣਾ ਤੇ ਸ਼ਬਦਾਂ ਦਾ ਅਭਿਆਸ ਕਰਨਾ, ਨਾਮ ਜਪਣਾ। ਭਾਈ ਮਨਸੁਖ ਇਹ ਵਸਤਾਂ ਦਾ ਵਪਾਰ ਕਰਦੇ ਹੋਏ ਸਿੰਗਲਾ ਦੀਪ ਗਏ ਸੀ। ਰਸਤੇ ਵਿੱਚ ਜਿਹੜਾ ਇਹਨਾਂ ਦਾ ਤੂਫਾਨ ਦੇ ਵਿੱਚ, ਸਮੁੰਦਰੀ ਤੂਫਾਨ ਵਿੱਚ ਜਹਾਜ਼ ਦਾ ਘਿਰਨਾ, ਸਤਿਗੁਰੂ ਜੀ ਦਾ ਮੋਢਾ ਲਾ ਕੇ ਗਰੀਬ ਨਵਾਜ ਨੇ ਇਸ ਦਾ ਜਹਾਜ਼ ਸਿੰਗਲਾ ਦੀਪ ਦੇ ਟਾਪੂ ਤੱਕ ਪਹੁੰਚਾਉਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਸਿੱਖੀ ਦ੍ਰਿੜਾਈ ਭਾਈ ਮਨਸੁਖ ਨੇ। ਜਦੋਂ ਉੱਥੇ ਸਿੰਗਲਾ ਦੀਪ ਗਏ ਉਦੋਂ ਇਕਾਦਸ਼ੀ ਦੇ ਵਰਤ ਦਾ ਦਿਨ ਸੀ। ਇਕਾਦਸ਼ੀ ਨੂੰ ਕੋਈ ਜਦੋਂ ਕਾਨੂੰਨ ਦੇ ਤੌਰ ਤੇ ਕੋਈ ਗੱਲ ਹੋਵੇ ਨਾ, ਜਦੋਂ ਹੁਕਮਰਾਨ ਕਿਸੇ ਚੀਜ਼ ਨੂੰ ਲਾਗੂ ਕਰਨਾ ਚਾਹਣ ਤੇ ਤਾਕਤ ਹੁੰਦੀ ਹੈ, ਫਿਰ ਉਹ ਲਾਗੂ ਹੋ ਜਾਂਦੇ ਆ ਸਾਰੇ ਕਾਰਜ। ਰਾਜੇ ਸ਼ਿਵਨਾਵ ਨੇ ਇਹ ਕਾਨੂੰਨ ਬਣਾਇਆ ਹੋਇਆ ਸੀ ਕਿ ਇਕਾਦਸ਼ੀ ਵਾਲੇ ਦਿਨ ਕੋਈ ਅੱਗ ਨਹੀਂ ਬਾਲ ਸਕਦਾ, ਭੋਜਨ ਨਹੀਂ ਤਿਆਰ ਕਰ ਸਕਦਾ। ਸਭ ਨੂੰ ਵਰਤ ਰੱਖਣਾ ਪੈਂਦਾ ਸੀ ਤੇ ਠਾਕੁਰ ਦੀ ਚਰਨਾਮਤ ਲੈ ਕਰਕੇ ਫਿਰ ਵਰਤ ਖੋਲ੍ਹਣਾ ਪੈਂਦਾ ਸੀ। ਭਾਈ ਮਨਸੁਖ ਜੀ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਸ਼ਬਦਾਂ ਦਾ ਜਾਪ ਕੀਤਾ, ਧਿਆਨ 'ਚ ਜੁੜੇ
ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਤੇ ਛਕੀ। ਨਾਲੇ ਜਿਹੜੇ ਕੋਈ ਲਾਗੇ ਸੀ ਉਹਨਾਂ ਨੂੰ ਵਰਤਾਤੀ। ਸ਼ਿਕਾਇਤ ਹੋ ਗਈ ਰਾਜੇ ਸ਼ਿਵਨਾਭ ਕੋਲ। ਰਾਜੇ ਸ਼ਿਵਨਾਭ ਦੇ ਸਿਪਾਹੀ ਪਕੜ ਕੇ ਲੈ ਗਏ ਰਾਜ ਦਰਬਾਰ ਦੇ ਅੰਦਰ। ਰਾਜੇ ਸ਼ਿਵਨਾਭ ਨੇ ਕਿਹਾ ਕਿ ਕਾਨੂੰਨ ਤੋੜਿਆ। ਬਈ ਤੂੰ ਭਲਾ ਪੁਰਖ ਲੱਗਦਾ ਹੈ, ਸਾਡੇ ਦੇਸ਼ ਦਾ ਕਾਨੂੰਨ ਕਿਉਂ ਤੋੜਿਆ? ਇਕਾਦਸ਼ੀ ਦਾ ਵਰਤ ਤੂੰ ਕਿਉਂ ਨਹੀਂ ਰੱਖਿਆ? ਕਿਉਂ ਅੱਗ ਬਾਲੀ ਹੈ? ਭਾਈ ਮਨਸੁਖ ਜੀ ਨੇ ਤੇ ਸਮੇਂ ਕਿਹਾ ਇਹ ਸਾਰੇ ਵਰਤ ਰੱਖਣੇ ਮਹਿਜ ਇੱਕ ਪਖੰਡ ਹਨ, ਮਹਿਜ ਇੱਕ ਦਿਖਾਵਾ ਹੈ। ਰੋਜ਼ ਦਾ ਇਸ਼ਨਾਨ ਕਰਨਾ ਮੇਰੇ ਗੁਰੂ ਦਾ ਹੁਕਮ ਹੈ ਤੇ ਰੋਜ਼ ਸੱਚੇ ਨਾਮ ਦਾ ਜਾਪ ਕਰਨਾ ਮੇਰੇ ਗੁਰੂ ਦਾ ਹੁਕਮ ਹੈ। ਇਹ ਜਿਹੜੀਆਂ ਸੰਸਾਰ ਦੀਆਂ ਰੀਤੀਆਂ ਹਨ ਨਾ, ਇਹ ਕੇਵਲ ਸੰਸਾਰ ਦੇ ਅੰਦਰ ਹੀ ਕੰਮ ਆਉਂਦੀਆਂ, ਤੇ ਜੇ ਦਿਖਾਵਾ ਹੋਵੇ ਤਾਂ ਸੰਸਾਰ ਦੇ ਅੰਦਰ ਵੀ ਕੰਮ ਨਹੀਂ ਆਉਂਦੀਆਂ। ਪਰ ਮੇਰੇ ਸ੍ਰੀ ਗੁਰੂ ਜੀ ਦੀ ਸਿੱਖਿਆ ਲੋਕ ਪਰਲੋਕ ਵਿੱਚ ਜੀਵ ਦਾ ਭਲਾ ਕਰਦੀ ਹੈ। ਸਤਿਗੁਰੂ ਜੀ ਦੀ ਆਗਿਆ ਹੈ ਕਿ ਇਸਤਰੀਆਂ ਵਰਤ ਨਾ ਰੱਖਣ। ਜੇ ਵਰਤ ਰੱਖਣਾ ਤੇ ਆਪਣੇ ਪਤੀ ਵਰਤਾ ਧਰਮ ਦਾ ਵਰਤ ਰੱਖਣ, ਆਪਣੇ ਪਤੀ ਵਰਤਾ ਧਰਮ ਵਿੱਚ ਪਰਪੱਕ ਰਹਿਣ। ਮੇਰੇ ਗੁਰੂ ਜੀ ਦੀ ਆਗਿਆ ਹੈ ਕਿ ਪਤੀ ਆਪਣੀ ਧਰਮ ਪਤਨੀ ਦੇ ਧਰਮ ਵਿੱਚ ਪਰਪੱਕ ਰਹੇ। ਇਹੋ ਜਿਹੇ ਸ਼ੁਭ ਵਿਚਾਰ ਰਾਜਾ ਸ਼ਿਵਨਾਭ ਦੇ ਉੱਤੇ ਡਾਢਾ ਅਸਰ ਪਿਆ। ਤੀਰਾਂ ਨੂੰ ਲੱਗੇ ਬਚਨ ਭਾਈ ਮਨਸੁਖ ਦੇ, ਤੇ ਕਿਹਾ ਦਸਾਂ ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ। ਸ੍ਰੀ ਗੁਰੂ ਜੀ ਦੀ ਆਗਿਆ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰਾਜਾ ਸ਼ਿਵਨਾਭ ਸੁਣ ਕੇ ਬਹੁਤ ਹੈਰਾਨ ਹੋਇਆ, ਕਿਉਂਕਿ ਸੱਚ ਬਚਨ ਦੇ ਅੱਗੇ ਝੂਠ ਨਹੀਂ ਟਿਕਦਾ, ਪਖੰਡ ਨਹੀਂ ਟਿਕਦਾ। ਰਾਜਾ ਸ਼ਿਵਨਾਭ ਤਖਤ ਛੱਡ ਕੇ ਖਲੋ ਕੇ ਭਾਈ ਮਨਸੁਖ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ। ਆਖਿਆ ਮੈਨੂੰ ਆਪਦਾ ਸਿੱਖ ਬਣਾ ਲਓ। ਭਾਈ ਮਨਸੁਖ ਕਹਿੰਦੇ ਮੈਂ ਤਾਂ ਆਪ ਸਿੱਖ ਹਾਂ। ਜੇ ਕੋਈ ਸਾਡੇ ਵਰਗਾ ਹੁੰਦਾ ਤੇ ਰਾਜਾ ਵੇਖ ਕੇ ਜ਼ਰੂਰ ਸਿੱਖ ਬਣਾ ਲੈਂਦਾ, ਵੀ ਚੱਲ ਰਾਜੇ ਨੂੰ ਤਾਂ ਬਣਾਓ ਹਾਂ ਆਪਣਾ ਸ਼ਰਧਾਲੂ। ਤੇ ਪਰ ਭਾਈ ਮਨਸੁਖ ਜੀ ਨਾ ਸੱਚੀ ਮੁੱਚੀ ਸਤਿਗੁਰਾਂ ਦੇ ਪਿਆਰੇ ਸਿੱਖ ਸੀ, ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਪਿਆਰ ਹੈ। ਆਪਣੀ ਵਡਿਆਈ ਨਹੀਂ ਚਾਹੀਦੀ, ਸ੍ਰੀ ਗੁਰੂ ਜੀ ਦੀ ਵਡਿਆਈ ਕਰਦੇ ਹੈ। ਤੇ ਰਾਜੇ ਸ਼ਿਵਨਾਭ ਨੂੰ ਆਖਿਆ ਰਾਜਾ ਜੇ ਤੂੰ ਸਿੱਖੀ ਲੈਣੀ ਹੈ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰ। ਤੇ ਰਾਜੇ ਸ਼ਿਵਨਾਭ ਦੇ ਉੱਤੇ ਏਡਾ ਅਸਰ ਹੋਇਆ ਭਾਈ ਸਾਹਿਬ ਦੀ ਸਾਦਗੀ ਦਾ, ਕਹਿਣ ਲੱਗਾ ਮੈਨੂੰ ਨਾਲ ਹੀ ਲੈ ਚੱਲ, ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਆ। ਤੇ ਭਾਈ ਮਨਸੁਖ ਨੇ ਕਿਹਾ ਰਾਜਾ ਸ਼ਿਵਨਾਭ ਸ੍ਰੀ ਗੁਰੂ ਜੀ ਦਾ ਦਰਸ਼ਨ ਤੂੰ ਇਵੇਂ ਨਹੀਂ ਕਰ ਸਕਦਾ। ਹਜੂਰ ਨੇ ਹੁਣ ਹੱਟ ਦੀ ਕਾਰ ਛੱਡ ਕੇ ਜਗਤ ਜਲੰਦੇ ਨੂੰ ਠਾਰਨਾ ਸ਼ੁਰੂ ਕਰ ਦਿੱਤਾ ਹੈ। ਖੌਰੇ ਮਹਾਰਾਜ ਕਿੱਥੇ ਹੋਣਗੇ, ਸੱਚੇ ਪਾਤਸ਼ਾਹ ਤੂੰ ਲੱਭ ਨਹੀਂ ਸਕਦਾ। ਹਾਂ ਇੱਕ ਗੱਲ ਹੈ, ਜੇ ਪ੍ਰੀਤ ਨਾਲ ਇੱਥੇ ਯਾਦ ਕਰੇਗਾ ਸਤਿਗੁਰੂ ਤੇਰੇ ਪਿਆਰ ਦੀ ਖਿੱਚ ਨਾਲ ਤੇਰੇ ਕੋਲ ਸਿੰਗਲਾ ਦੀਪ ਵਿੱਚ ਆ ਜਾਣਗੇ। ਇਹ ਰਾਜੇ ਸ਼ਿਵਨਾਭ ਨੂੰ ਸਿੱਖਿਆ ਭਾਈ ਮਨਸੁਖ ਦ੍ਰਿੜਾਈ। ਜਿਵੇਂ ਫਿਰ ਮਹਾਰਾਜ ਜੀ ਆਉਂਦੇ ਆ, ਇਥੋਂ ਆਪਾਂ ਕੱਲ ਨੂੰ ਇਹ ਉਥਾਨਕਾ ਆਰੰਭ ਕਰਾਂਗੇ। ਪੰਕਤੀ ਦੇ ਕੇਵਲ ਅੱਖਰੀ ਅਰਥ ਆਪ ਜੀ ਨੇ ਸਰਵਣ ਕਰਨੇ। ਮਹਾਰਾਜ ਜੋ ਪਦਮਨੀ ਜਾਤੀ ਦੀਆਂ ਲੜਕੀਆਂ ਨੂੰ ਸਿੱਖਿਆ ਦਿੰਦੇ ਆ, ਇਹਦਾ ਮੁੱਖ ਕਾਰਨ ਇਹ ਸਮਝਣਾ ਇਸਤਰੀ ਦੇ ਸ਼ਿੰਗਾਰ ਦੇ ਵਸਤਰ ਗਹਿਣੇ ਆਦਿਕ ਇਹ ਚੀਜ਼ਾਂ ਸਮਝੀਆਂ ਜਾਂਦੀਆਂ। ਇੱਥੇ ਮਹਾਰਾਜ ਸਾਹਿਬ ਜੀ ਨੇ ਆਪਾਂ ਸਾਰੇ ਇਸਤਰੀਆਂ ਦੀ ਨਿਆਈ ਹਾਂ। ਮਨ ਦੇ ਸ਼ਿੰਗਾਰਨ ਦੇ ਗਹਿਣੇ ਸਤਿਗੁਰਾਂ ਦੱਸੇ ਹੈ, ਤੇ ਉਹਨਾਂ ਇਸਤਰੀਆਂ ਨੂੰ ਦੱਸਿਆ ਜਿਨ੍ਹਾਂ ਦੇ ਉੱਤੇ ਵਾਸ਼ਨਾ ਹਾਵੀ ਸੀ। ਮਹਾਰਾਜ ਆਖਿਆ ਜੇ ਬਾਹਰੋਂ ਰੂਪ ਦਿਖਾ ਕਰਕੇ ਤੁਸੀਂ ਸਾਨੂੰ ਭਰਮਾਉਣਾ ਚਾਹੁੰਦੀਆਂ ਹਨ ਤੇ ਹੋ। ਹਜੂਰ ਨੇ ਆਖਿਆ ਜੇ ਮਨ ਦਾ ਸ਼ਿੰਗਾਰ ਕਰ ਲਓ ਤੇ ਵਾਹਿਗੁਰੂ ਤੁਹਾਡੇ ਤੇ ਪ੍ਰਭਾਵਿਤ ਹੋ ਸਕਦੇ। ਫਿਰ ਪਰਮੇਸ਼ਰ ਦਾ ਪਿਆਰ ਕਿਵੇਂ ਲੱਗੇ, ਕਿਹੋ ਜਿਹਾ ਸ਼ਿੰਗਾਰ ਧਾਰਨ ਕਰੀਏ, ਉਹ ਮਹਾਰਾਜ ਸਾਹਿਬ ਜੀ ਸਿੱਖਿਆ ਦਿੱਤੀ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਇੱਕ ਪੰਕਤੀ ਦੇ ਅਰਥ ਆਪਾਂ ਸਰਵਣ ਕਰੀਏ। ਹਜੂਰ ਕੀ ਫਰਮਾਉਂਦੇ ਆ? ਮਨ ਮੋਤੀ ਜੇ ਗਹਿਣਾ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਮਨ ਹੈ ਨਾ, ਇਹਨੂੰ ਮੋਤੀ ਦੀ ਤਰ੍ਹਾਂ ਤਰਾਸ਼ਣਾ ਚਾਹੀਦਾ। ਪਰ ਮਨ ਤਾਂ ਪਤਾ ਨਹੀਂ ਕਿਹੋ ਜਿਹੀਆਂ ਮੈਲਾਂ ਨਾਲ ਭਰਿਆ ਹੋਇਆ। ਹੀਰੇ ਦੇ ਉੱਤੇ ਜੇ ਕਿਸੇ ਪ੍ਰਕਾਰ ਦੀ ਕੋਈ ਮੈਲ ਹੋਵੇ ਨਾ, ਜੌਹਰੀ ਤਰਾਸ਼ ਕੇ ਉਹਦੇ ਜੌਹਰ ਕੱਢ ਲੈਂਦੇ। ਮਨ ਆਪਣੇ ਆਪ ਵਿੱਚ ਸੁੱਧ ਸਰੂਪ ਹੈ, ਮੋਤੀ ਹੈ,
ਮਹਾਰਾਜ ਕਹਿੰਦੇ ਜੇ ਇਹ ਗਹਿਣਾ ਹੋਵੇ ਤਾਂ ਪਾਉਣ ਹੋਵੇ ਸੂਤ ਧਾਰੀ। ਫਿਰ ਸੂਤਰ ਜਿਹੜਾ ਹੁੰਦਾ ਨਾ ਉਹਦੇ ਚ ਮੋਤੀ ਪੁਰੋਈ ਦਾ ਨਾ, ਮਹਾਰਾਜ ਕਹਿੰਦੇ ਜਿਹੜੀ ਅੰਦਰ ਪਾਉਣ ਸਵਾਸ ਚੱਲ ਰਹੇ ਆ ਨਾ, ਇਹ ਮਹਾਰਾਜ ਕਹਿੰਦੇ ਭਾਈ ਇਹਦਾ ਜਿਹੜਾ ਧਾਗਾ ਉਹ ਬਣਾਉਣਾ ਕਰੋ। ਭਾਵ ਮਨ ਦੀ ਇਕਾਗਰਤਾ ਦੇ ਨਾਲ ਜਿਹੜਾ ਇੱਕ ਇੱਕ ਸਾਹ ਨਾਲ ਆਖਣਾ ਵਾਹਿਗੁਰੂ ਵਾਹਿਗੁਰੂ, ਇਹ ਧਾਗਾ ਪਾਉਣਾ ਹੈ ਤੇ ਇਹਦਾ ਵਿਸਥਾਰ ਹੈ। ਆਪਾਂ ਕੱਲ ਨੂੰ ਵਿਸਥਾਰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਪ੍ਰਕਾਸ਼ ਗੁਰਪੁਰਬ ਦੀਆਂ ਆਪ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸ੍ਰੀ ਗੁਰੂ ਜੀ ਦੇ ਕੋਲੋਂ ਸਿੱਖੀ ਮੰਗੀਏ। ਮਹਾਰਾਜ ਸਾਨੂੰ ਸਿੱਖੀ ਦਾ ਪ੍ਰਸਾਦ ਦਿਓ। ਗਰੀਬ ਨਵਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੇ ਇਹ ਦੋ ਆਰੰਭ ਦੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਖਿਮਾ ਸਿਗਾਰ ਕਾਮਣ ਤਨ ਪਹਿਰੈ, ਰਾਵੇ ਲਾਲ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। हे ਸੰਗੀ ਹੈ ਨਿਰੰਕਾਰ, हे ਨਿਰਗੁਣ ਸਭ। हे गोबिंद हे गुण निधान, जाकर सदा विवेक। हे अपरंपर हर हरे, है पी होवन। हे संत कै सदा संग निधारा। हे ठाकुर हूँ दास रो, मैं निर्गुण गुण नहीं। नानक दीजै नाम दान, राखो हियै। आए प्रभ शरणागति, कृपा निध। एक अखर हर मन बस्त, नानक होत। वाहिगुरु नाम जहाज है, चढ़े सो उतरे। जो शरधा कर सेम दे, गुर पार उतारन। कथा निता प्रत होत है, सुनो सुसिंग सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। वाहिगुरु जी का खालसा, वाहिगुरु